ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਨਜ਼ਰ ਕਰ ਦਿਓ ਮਹਾਰਾਜ, ਸ਼ਬਦ ਦੇ ਦਰਸ਼ਨ ਬਖਸ਼ ਦਿਓ ਮਹਾਰਾਜ, ਸ਼ਬਦ ਦੀ ਟੇਕ ਬਖਸ਼ ਦਿਓ ਹਜ਼ੂਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਪਰਸੋਂ ਅਸੀਂ ਤੀਰਥ ਦੀ ਗੱਲ ਕੁਝ ਚਲਾਈ ਸੀ। ਗੁਰਮਤ ਵਿੱਚ ਇੱਕ ਬੜਾ ਬੇਸਿਕ ਪ੍ਰਿੰਸੀਪਲ ਹੈ ਜੀਵਨ ਦਾ ਕਿ ਤਤ ਗਿਆਨ ਨਾਲ ਗੁਰਮਤ ਮਤਲਬ ਰੱਖਦੀ ਹੈ, ਔਰ ਤਤ ਗਿਆਨ ਦਾ ਵਾਸਤਾ ਸਰੀਰ ਨਾਲ ਨਹੀਂ ਹੈ, ਸੋਚ ਨਾਲ ਵੀ ਨਹੀਂ ਹੈ, ਸਿਆਣਪ ਨਾਲ ਵੀ ਨਹੀਂ ਹੈ। ਇਹਦਾ ਵਾਸਤਾ ਮਨ ਦੇ ਨਾਲ ਹੈ। ਗੁਰਮਤ ਸਾਨੂੰ ਇਹ ਸਮਝਾਉਂਦੀ ਹੈ ਕਿ ਮਨ ਦੀ ਅਵਸਥਾ ਹੀ ਜੀਵਨ ਦਾ ਜਿੱਤਣਾ ਜਾਂ ਹਾਰਨਾ ਹੈ। ਗੁਰੂ ਸਾਹਿਬ ਸਾਨੂੰ ਅੱਗੇ ਚੱਲ ਕੇ ਸਮਝਾਣਗੇ, ਮਨ ਜੀਤੇ ਜਗ ਜੀਤ, ਕਿ ਇੱਥੇ ਕੌਣ ਹਾਰ ਕੇ ਜਾਂਦਾ ਹੈ, ਕੌਣ ਜਿੱਤ ਕੇ ਜਾਂਦਾ ਹੈ ਇਸ ਜੀਵਨ ਚੋਂ। ਉਹਦੇ ਅਨੁਸਾਰ ਸਾਨੂੰ ਇਹ ਸਮਝ ਆਏ ਕਿ ਸਾਡਾ ਜੀਵਨ ਕਿੱਥੇ ਜਾ ਰਿਹਾ ਹੈ। ਇਹ ਇੱਕ ਆਪਣੇ ਆਪ ਵਿੱਚ ਟਾਈਮਲੈਸ ਗੱਲ ਹੈ, ਸਮੇਂ ਤੋਂ ਪਰੇ ਦੀ ਗੱਲ ਹੈ। ਕਿਸੇ ਵੀ ਸਮੇਂ ਵਿੱਚ ਕਦੋਂ ਵੀ ਇਹ ਗੱਲ ਰੈਲੇਵੈਂਟ ਹੋਏਗੀ। ਇਸ ਗੱਲ ਦਾ ਅਕਸ ਹਰ ਅਵਸਥਾ ਵਿੱਚ, ਹਰ ਉਮਰ ਵਿੱਚ ਪਏਗਾ। ਔਰ ਇਹ ਗੱਲ ਅਸੀਂ ਜਿਤਨੀ ਇਗਨੋਰ ਕਰਾਂਗੇ, ਉਤਨਾ ਸਾਨੂੰ ਜੀਵਨ ਦੀ ਕਮਾਈ ਘੱਟ ਸਮਝ ਆਏਗੀ, ਜੀਵਨ ਘੱਟ ਸਮਝ ਆਏਗਾ। ਹਾਲਾਂਕਿ ਇਹਨਾਂ ਅਵਸਥਾ ਦੇ ਜਿਹੜੇ ਇਹਨਾਂ ਕਾਰਨਾਂ, ਇਹਦੇ ਕਰਕੇ ਕਾਰਨ ਬਣਦੇ ਆ, ਇਹਦੇ ਕਰਕੇ ਜਿਹੜੇ ਰਿਜ਼ਲਟਸ ਆਉਂਦੇ ਆ, ਉਹਨਾਂ 'ਚੋਂ ਅਸੀਂ ਜੀ ਕੇ ਨਿਕਲਦੇ ਹਾਂ। ਮੇਰਾ ਭਾਵ ਅਰਥ ਕੀ ਹੈ ਕਿ ਫਰਜ਼ ਕਰੋ ਅਸੀਂ ਨਹੀਂ ਜਾਣਿਆ ਕਿ ਠੰਡਾ ਔਰ ਗਰਮ ਪਾਣੀ ਕੀ ਹੁੰਦਾ ਹੈ, ਤਾਂ ਜਦੋਂ ਉਹ ਸਾਡੇ ਪਿੰਡੇ 'ਤੇ ਪਏਗਾ ਤਾਂ ਉਹਦਾ ਅਸਰ ਸਾਡੇ 'ਤੇ ਹੋਏਗਾ। ਜੇ ਬਹੁਤ ਜ਼ਿਆਦਾ ਗਰਮ ਪਾਣੀ ਹੋਏਗਾ ਤਾਂ ਸਾਨੂੰ ਜਲਾ ਦੇਗਾ। ਇਸੇ ਤਰ੍ਹਾਂ ਜੋ ਹੁਕਮ ਦੇ ਵਿੱਚ ਮਹਾਰਾਜ ਦੇ ਸਾਰੀ ਸ੍ਰਿਸ਼ਟੀ ਇੱਕ ਨਿਰੰਕਾਰ ਨੇ ਸਾਜੀ ਹੈ, ਉਹਦੇ ਵਿੱਚ ਕੁਝ ਮੂਲਤਨ ਧਰਮ ਨੇ, ਮੂਲਤਨ ਨੇਚਰ ਹੈ ਕੁਝ ਲਾਈਫ ਦਾ। ਅਸੀਂ ਉਹਨਾਂ ਨੂੰ ਨਾ ਜਾਣੀਏ, ਅਸੀਂ ਉਹਨਾਂ ਬਾਰੇ ਗਿਆਨ ਨਾ ਰੱਖੀਏ, ਇਹ ਹੋ ਸਕਦਾ ਹੈ, ਪਰ ਉਹ ਇਫੈਕਟ ਸਾਨੂੰ ਕਰਦੇ ਨੇ, ਸਭ ਨੂੰ ਕਰਦੇ ਨੇ। ਫਰਜ਼ ਕਰੋ ਇੱਕ ਐਗਜ਼ਾਮਪਲ ਲੈ ਲਈਏ ਕਿ ਮਰਨਾ ਜੀਣਾ ਜਿਹੜਾ ਹੈ ਇਹ ਇੱਕ ਤਰ੍ਹਾਂ ਦਾ ਹੁਕਮ ਹੈ। ਜੋ ਜੀਏਗਾ ਉਹ ਮਰੇਗਾ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਹੁਣ ਇਹ ਇੱਕ ਸੱਤ ਹੈ ਜਿਸ ਨੂੰ ਅਗਰ ਮੈਂ ਨਾ ਜਾਣਾ, ਨਾ ਬੁੱਝਾਂ, ਇਸ ਦੀ ਅਵੇਅਰਨੈਸ ਵਿੱਚ ਨਾ ਜੀਆਂ, ਇਹਦਾ ਇਹ ਮਤਲਬ ਨਹੀਂ ਕਿ ਮੇਰੇ 'ਤੇ ਅਸਰ ਨਹੀਂ ਪਾਏਗਾ। ਮੇਰੇ ਜੀਵਨ 'ਤੇ ਇਹਨਾਂ ਅਸੂਲਾਂ ਦਾ ਅਸਰ ਪੈ ਰਿਹਾ ਹੈ। ਉਹ ਇਸ ਤਰ੍ਹਾਂ ਦਾ ਕੁਝ ਹੋ ਗਿਆ ਫਿਰ ਕਿ ਜਿਵੇਂ ਮੈਂ ਇੱਕ ਜੰਗਲ ਵਿੱਚ ਗਵਾਚ ਗਿਆ ਹਾਂ, ਰਸਤਾ ਮੈਨੂੰ ਪਤਾ ਨਹੀਂ ਹੈ, ਔਰ ਮੈਂ ਸਮਝੀ ਬੈਠਾ ਹਾਂ ਕਿ ਮੈਂ ਇੱਕ ਬਾਗ ਵਿੱਚ ਸੈਰ ਕਰ ਰਿਹਾ।
ਇਹ ਹੁਣ ਅਜ਼ੰਪਸ਼ਨਸ ਨੇ ਮੇਰੀਆਂ। ਜੀਵਨ ਦੇ ਵਿੱਚ ਅਸੀਂ ਜਿਤਨੀ ਜ਼ਿਆਦਾ ਅਜ਼ੰਪਸ਼ਨਸ ਰੱਖਾਂਗੇ, ਅਜ਼ਿਊਮ ਕਰਾਂਗੇ, ਉਤਨਾ ਜੀਵਨ ਵਿੱਚ ਧੋਖਾ ਮਿਲੇਗਾ, ਕਿਉਂਕਿ ਅਸੀਂ ਆਪਣੀ ਇਮੈਜੀਨੇਸ਼ਨ ਵਿੱਚ ਜੀ ਰਹੇ ਹਾਂ, ਸੱਤ ਵਿੱਚ ਨਹੀਂ ਜੀ ਰਹੇ ਹਾਂ। ਜੀਵਨ ਦੇ ਤੱਤ ਨੂੰ ਜਾਣਨਾ, ਜੀਵਨ ਦੇ ਅਸਲੀਅਤ ਨੂੰ ਜਾਣਨਾ, ਜੀਵਨ ਦੇ ਉਹਨਾਂ ਅਸੂਲਾਂ ਨੂੰ ਜਾਣਨਾ ਜਿਹੜੇ ਜੀਵਨ ਦਾ ਆਧਾਰ ਨੇ, ਫਾਊਂਡੇਸ਼ਨ ਹਨ ਲਾਈਫ ਦੀ, ਗੁਰਮਤਿ ਦੇ ਨਾਲ ਵਾਰ ਰੱਖਦੀ ਹੈ। ਗੁਰੂ ਨਾਨਕ ਸਾਹਿਬ ਇਹ ਸੰਦੇਸ਼ ਲੈ ਕੇ ਦੁਨੀਆ 'ਚ ਉਤਰੇ ਹਨ, ਔਰ ਇਹ ਜਿਹੜਾ ਸੰਦੇਸ਼ ਹੈ ਇਹ ਕੋਈ ਧਰਮ ਜਾਤੀ ਦੇ ਨਾਲ ਲਿੰਕ ਨਹੀਂ ਰੱਖਦਾ, ਜੈਂਡਰ ਦੇ ਨਾਲ ਲਿੰਕ ਨਹੀਂ ਰੱਖਦਾ, ਕੋਈ ਸਮੇਂ ਨਾਲ ਵੀ ਲਿੰਕ ਨਹੀਂ ਰੱਖਦਾ, ਸਥਾਨ ਨਾਲ ਵੀ ਲਿੰਕ ਨਹੀਂ ਰੱਖਦਾ, ਪਰ ਇੱਕ ਵਸਤੂ ਨਾਲ ਲਿੰਕ ਰੱਖਦਾ ਹੈ, ਉਹ ਹੈ ਮੇਰਾ ਮਨ। ਜਦੋਂ ਵੀ ਮੈਂ ਤੁਰਾਂਗਾ ਇਸ ਦੁਨੀਆ ਵਿੱਚ, ਬਾਕੀ ਅਸੂਲਾਂ ਨੂੰ ਮੈਂ ਜਾਣਾ ਕਿ ਨਾ ਜਾਣਾ, ਪਰ ਮਨ ਦੀ ਜਿਹੜੀ ਮੇਰੀ ਅਵਸਥਾ ਹੈ ਉਹ ਮੇਰੇ ਜੀਣ ਦੇ ਨੇਚਰ ਨੂੰ ਡਿਫਾਈਨ ਕਰੇਗੀ। ਮੇਰਾ ਮਨ ਕਿਸ ਅਵਸਥਾ 'ਚ ਹੈ ਉਹ ਮੇਰਾ ਐਕਸਪੀਰੀਅੰਸ ਹੈ। ਹੁਣ ਫਰਜ਼ ਕਰੋ ਮਨ ਖੇੜੇ ਵਿੱਚ ਹੈ, ਆਨੰਦ ਵਿੱਚ ਹੈ, ਤਾਂ ਮੈਂ ਉਸ ਨੂੰ ਆਨੰਦ ਦੇ ਰੂਪ ਵਿੱਚ ਜਾਣਾਂਗਾ। ਫਰਜ਼ ਕਰੋ ਮਨ ਵਿਆਕੁਲ ਹੈ, ਦੁਖੀ ਹੈ, ਪਰੇਸ਼ਾਨ ਹੈ, ਤਾਂ ਫਿਰ ਮੇਰਾ ਅਸਲ ਰੂਪ ਜਿਹੜਾ ਹੈ ਜਿਹਦੇ 'ਚੋਂ ਮੈਂ ਜੀ ਕੇ ਨਿਕਲ ਰਿਹਾ ਉਹ ਦੁੱਖਾਂ ਤੋਂ ਭਰਿਆ ਹੈ। ਇਹ ਇਸ ਤਰ੍ਹਾਂ ਮਨ ਦੀ ਜਿਹੜੀ ਹਜ਼ੂਰੀ ਹੈ ਉਸ ਨੂੰ ਜੀਵਨ ਵਿੱਚ ਜਾਣ ਲੈਣਾ ਇੱਕ ਬਹੁਤ ਬੁਨਿਆਦੀ ਫੰਡਾਮੈਂਟਲ ਚੀਜ਼ ਹੋ ਜਾਂਦੀ ਹੈ ਜੀਵਨ ਦੀ, ਕਿਉਂਕਿ ਮੈਂ ਇੱਕ ਇਸ ਤਰ੍ਹਾਂ ਸਮਝ ਲਵਾਂ ਕਿ ਜੀਵਨ ਇੱਕ ਐਨਕ ਰੂਪ ਹੈ, ਮੈਂ ਪਾਇਆ ਹੋਇਆ ਹੈ। ਮਨ ਇੱਕ ਐਨਕ ਰੂਪ ਹੈ, ਮੈਂ ਪਾਇਆ ਹੋਇਆ ਹੈ। ਜੋ ਮੇਰੇ ਮਨ ਦੀ ਅਵਸਥਾ ਹੋਏਗੀ ਉਸੇ ਤਰ੍ਹਾਂ ਮੈਂ ਜੀਵਨ ਨੂੰ ਦੇਖਾਂਗਾ। ਅਗਰ ਮੇਰਾ ਮਨ ਅਗਿਆਨ ਵਿੱਚ ਹੈ, ਔਰ ਇੱਥੋਂ ਮੇਰਾ ਭਾਵ ਅੱਖਰੀ ਗਿਆਨ ਨਹੀਂ ਹੈ, ਇੱਥੋਂ ਮੇਰਾ ਭਾਵ ਹੈ ਮਨ ਦਾ ਨੇਚਰ। ਇਸ ਨੂੰ ਸਮਝਣਾ ਜ਼ਰਾ ਆਪ। ਗੁਰੂ ਸਾਹਿਬ ਸਾਨੂੰ ਸ਼ਬਦ ਵਿੱਚ ਕਈ ਵਾਰੀ ਇੱਕ ਸੰਕੇਤ ਕਰਦੇ ਹੈ ਜਿਹੜਾ ਸਾਨੂੰ ਲੱਗਦਾ ਹੈ ਕਿ ਇਹ ਸੱਤ ਨਹੀਂ ਹੋ ਸਕਦਾ। ਮੈਂ ਬਾਰ-ਬਾਰ ਇੱਕ ਲਾਈਨ ਬਾਰ-ਬਾਰ ਭਗਤ ਨਾਮਦੇਵ ਦੇ ਸ਼ਬਦ ਦੀ ਆਪ ਨਾਲ ਸਾਂਝੀ ਕਰਦਾ ਹਾਂ। ਨਰ ਤੇ ਸੁਰ ਹੋਏ ਜਾਤ ਨਿਮਖ ਮੇ, ਸਤਿਗੁਰ ਬੁੱਧ ਸਿਖਲਾਈ। ਹੁਣ ਇੱਕ ਨਰ ਸੁਰ ਔਰ ਦੇਵਤਾ ਵਰਗਾ ਮਨ ਦੀ ਅਵਸਥਾ ਰੱਖੇ, ਇਹ ਹੈ ਤਾਂ ਮਨ ਦੀ ਅਵਸਥਾ ਕਿ ਉਹ ਬਣਿਆ ਇੱਕ ਨੋਰਮਲ ਇਨਸਾਨ ਦੀ ਤਰ੍ਹਾਂ ਮਨ ਹੈ, ਪਰ ਸੁਰ ਦੀ ਦੇਵਤੇ ਵਰਗੀ ਸੁਰਤ ਹੋ ਗਈ ਹੈ। ਇੱਥੇ ਇੰਪੋਰਟੈਂਟ ਗੱਲ ਮੈਨੂੰ ਜਿਹੜੀ ਲੱਗਦੀ ਹੈ, ਗੁਰੂ ਸਾਹਿਬ ਕਹਿ ਰਹੇ ਨਿਮਕ ਮੇ। ਹੁਣ ਸਾਨੂੰ ਇਹ ਲੱਗੇਗਾ ਇੱਥੇ ਜ਼ਰਾ ਪੋਇਟਿਕ ਹਨ ਸਾਹਿਬ, ਇੱਥੇ ਇਹ ਸੱਤ ਨਹੀਂ ਹੋ ਸਕਦਾ, ਪਰ ਉਹ ਇਸ ਚੀਜ਼ ਨੂੰ ਦੁਬਾਰਾ ਵੀ ਕਹਿ ਰਹੇ ਹਨ, ਨਰ ਤੇ ਉਪਜ ਸਵਰਗ ਕੋ ਜੀਤਿਓ, ਸੋ ਔਖਦ ਮੈਂ ਪਾਈ। ਇੱਕ ਦਵਾ, ਇੱਕ ਵਿਧੀ ਮੈਨੂੰ ਮਿਲ ਗਈ ਹੈ ਜੋ ਮੈਂ ਜੀਵਨ ਤਾਂ ਨਰ ਦਾ ਮਿਲਿਆ ਸੀ, ਇਨਸਾਨ ਦਾ ਮਿਲਿਆ ਸੀ, ਪਰ ਮੇਰਾ ਮਨ ਦੇਵਤੇ ਵਰਗੇ ਰੂਪ ਦਾ ਹੋ ਗਿਆ ਹੈ। ਇਹ ਕੀ ਕਾਰਨ ਹੈ ਕਿ ਮੈਨੂੰ ਨਿਮਕ ਇੰਨਾ ਭਾਰੀ ਸ਼ਬਦ ਲੱਗਦਾ, ਇੱਥੇ ਅਨਰੀਅਲ ਲੱਗਦਾ, ਸੁਰੀਅਲ ਲੱਗਦਾ। ਹੋ ਨਹੀਂ ਸਕਦਾ ਭਾਈ। ਇੱਕ ਨਿਮਕ ਵਿੱਚ ਕਿਵੇਂ ਕੋਈ ਇਨਸਾਨ ਆਪਣੀ ਸੁਰਤ ਨੂੰ ਬਦਲ ਕੇ ਦੇਵਤੇ ਵਰਗੀ ਸੁਰਤ ਕਰ ਸਕਦਾ ਹੈ? ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਮੈਨੂੰ ਤਾਂ ਕਈ ਯੁੱਗ ਲੱਗ ਗਏ ਦੁੱਖਾਂ ਵਿੱਚ ਰੁਲਦੇ ਹੋਏ, ਦੁੱਖਾਂ ਵਿੱਚ ਵਿਆਕੁਲ ਹੁੰਦੇ ਹੋਏ, ਪਰੇਸ਼ਾਨ ਹੁੰਦੇ ਹੋਏ। ਮੈਨੂੰ ਤਾਂ ਨਹੀਂ ਕੁਝ ਲੱਭ ਰਿਹਾ।
कितनी मेरी उम्र हो गई इस धरती ते, 20 साल 30 साल 40 साल, किन्ने साल हो गए। अगर घड़ियाँ गिनने बैठीए तो करोड़ों ਦੇ ਵਿੱਚ ਘੜੀਆਂ ਗਿਣ ਜਾਣਗੀਆਂ, हज़ारों करोड़ों ਵਿੱਚ, क्योंकि एक घड़ी 60 ਸੈਕਿੰਡ 60 ਮਿੰਟ ਫਿਰ 24 ਘੰਟੇ, ਇਹ ਰੋਜ਼ ਦੀ ਘੜੀਆਂ ਨਿਕਲ ਰਹੀਆਂ ਹਨ। ਉਹ ਤਾਂ ਕਹਿ ਰਹੇ ਇੱਕ ਘੜੀ ਚਾਹੀਦੀ ਹੈ, ਬਸ ਇੱਕ ਘੜੀ ਵੀ ਨਹੀਂ ਚਾਹੀਦੀ। ਨਿਮਕ ਤਾਂ ਫਰੈਕਸ਼ਨ ਆਫ ਸੈਕਿੰਡ ਹੈ। ਮੇਰੀਆਂ ਕਿੰਨੀਆਂ ਘੜੀਆਂ ਨਿਕਲ ਗਈਆਂ। ਅਗਰ ਮੈਂ ਨਿਮਕ ਦੇ ਨਾਲ ਤੋਲਾਂਗਾ ਤਾਂ ਫਿਰ ਤਾਂ ਕਰੋੜਾਂ ਤੋਂ ਕਰੋੜਾਂ ਹੀ ਨਿਕਲ ਗਏ ਸਮੇਂ ਜਦੋਂ ਮੈਂ ਪਲਟ ਸਕਦਾ ਸੀ। ਕਰੋੜਾਂ ਪੋਸੀਬਿਲਿਟੀਜ਼ ਮੇਰੇ ਹੱਥੋਂ ਨਿਕਲ ਗਈਆਂ। ਕਿਤੇ ਇੱਕ ਨਿਮਕ ਵਿੱਚ ਹੀ ਬਦਲ ਸਕਦਾ ਸੀ ਮੈਂ, ਪਰ ਇਹ ਕਿਸ ਤਰ੍ਹਾਂ ਪੋਸੀਬਲ ਹੈ? ਇੰਨਾ ਯਤਨ ਕਰਕੇ ਵੀ ਜਦ ਮੈਨੂੰ ਨਹੀਂ ਮਿਲ ਰਿਹਾ। ਇਹ ਕੀ ਹੈ ਕਿ ਗੁਰੂ ਸਾਹਿਬ ਕਹਿ ਰਹੇ ਹਨ ਕਿ ਇੱਕ ਖਿਣ ਵਿੱਚ ਬਦਲੀ ਹੋ ਜਾਏਗਾ। ਔਰ ਮੇਰੇ ਤੋਂ ਕਿਉਂ ਵਾਂਝਾ ਹੈ ਸਮੇਂ? ਮੇਰੇ ਐਕਸਪੀਰੀਅੰਸ ਵਿੱਚ ਹੈ ਕਿਉਂ ਬਾਹਰ ਹੈ? ਮੇਰੇ ਨਾਲ ਕੀ ਗੁਰੂ ਸਾਹਿਬ ਜਾਂ ਨਿਰੰਕਾਰ ਮੇਰੇ ਨਾਲ ਇਹ ਧੋਖਾ ਕਰ ਰਿਹਾ ਹੈ ਕਿ ਮੇਰੇ ਤੋਂ ਓਝਲ ਰੱਖਦਾ ਸਭ ਕੁਝ। ਮੈਂ ਪਰੇਸ਼ਾਨ ਹਾਂ, ਦੁੱਖ ਵਿੱਚ ਹਾਂ, ਮੈਂ ਵਿਆਕੁਲ ਹਾਂ, ਪਰ ਮੇਰੇ ਤੋਂ ਸਭ ਕੁਝ ਓਝਲ ਹੈ, ਮੈਨੂੰ ਕੁਛ ਵੀ ਨਹੀਂ ਮਿਲ ਰਿਹਾ। ਇਹ ਕੀ ਕਾਰਨ ਹੈ? ਇਹ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ ਜੀਵਨ ਬਾਰੇ, ਕਿ ਜਦੋਂ ਮੈਂ ਜੀਵਨ ਚੋਂ ਨਿਕਲ ਰਿਹਾ ਹਾਂ ਤਾਂ ਇਤਨਾ ਕੁਛ ਮੇਰੇ ਹੱਥੋਂ ਸਲਿਪ ਹੋ ਰਿਹਾ ਹੈ, ਮੇਰੇ ਹੱਥ ਤੋਂ ਇਤਨਾ ਕੁਛ ਨਿਕਲਦਾ ਜਾ ਰਿਹਾ, ਮੈਨੂੰ ਪਤਾ ਹੀ ਨਹੀਂ ਹੈ ਕਾਰਨ ਕੀ ਹੈ। ਜਿਹੜੀ ਚੀਜ਼ ਗੁਰੂ ਸਾਹਿਬ ਕਹਿੰਦੇ ਨੇ, ਕੋਈ ਇਸ ਤਰ੍ਹਾਂ ਦੀ ਗੱਲ ਕਰਦੇ ਨੇ ਕਿ ਜਿਵੇਂ ਕੋਈ ਮੈਟਰ ਹੀ ਨਹੀਂ ਕਰਦਾ। ਇਹ ਤੇ ਇੱਕ ਵਾਰ ਜੁਗਤੀ ਮਿਲ ਗਈ ਜਾਂ ਗੁਰੂ ਦੀ ਔਖਦ ਮਿਲ ਗਈ ਤਾਂ ਇਹ ਕੋਈ ਇਸ਼ੂ ਹੀ ਨਹੀਂ ਹੈ। ਮੈਨੂੰ ਕਿਉਂ ਨਹੀਂ ਮਿਲ ਰਹੀ ਹੈ ਗੱਲ? ਮੇਰੇ ਪੱਲੇ ਕਿਉਂ ਨਹੀਂ ਪੈ ਰਹੀ? ਮੇਰੇ ਨਾਲ ਨਿਰੰਕਾਰ ਕਿਉਂ ਕਰਦਾ ਹੈ ਸਾਰਾ ਟਾਈਮ? ਮੇਰੇ ਤੋਂ ਹੀ ਚੀਜ਼ ਹੱਥੋਂ ਨਿਕਲਦੀ ਰਹਿੰਦੀ ਹੈ। ਇਹਦਾ ਬੀਜ ਕਿੱਥੇ ਹੈ? ਬੀਜ ਦਾ ਭਾਵ, ਮੇਰਾ ਮਤਲਬ ਹੈ ਕਿ ਇਹ ਜਿਹੜਾ ਵਿਘਨ ਬਣਿਆ ਮੇਰੇ ਜੀਵਨ ਦਾ, ਇਹ ਜਿਹੜਾ ਮੇਰੇ ਜੀਵਨ ਦੇ ਵਿੱਚ ਡਾਰਕਨੈਸ ਰਿਐਲਿਟੀ ਹੈ, ਜਦ ਗੁਰੂ ਕਹਿੰਦੇ ਆ ਜੀਵਨ ਵਿੱਚ ਜੋਤ ਹੈ ਭਾਈ, ਤਾਂ ਮੇਰੇ ਜੀਵਨ ਵਿੱਚ ਕਿਉਂ ਨਹੀਂ ਹੈ? ਗੱਲ ਕੀ ਹੈ ਕਿ ਅਸੀਂ ਤੀਰਥ ਦੀ ਜਿਹੜੀ ਗੱਲ ਸਾਹਿਬ ਦੀ ਵਿਚਾਰੀ ਸੀ ਪਿਛਲੀ ਪੌੜੀ ਵਿੱਚ, ਮਨ ਦੇ ਤੀਰਥ ਦੀ ਗੱਲ ਵਿੱਚ ਅਸੀਂ ਜਾਂਦੇ ਨਹੀਂ ਹਾਂ। ਅਸੀਂ ਉਸ ਤੀਰਥ ਵਿੱਚ ਡੁਬਕੀ ਨਹੀਂ ਲਗਾ ਪਾ ਰਹੇ ਹਾਂ। ਅਸੀਂ ਮਨ ਨੂੰ ਨਾਮ ਦੇ ਤੀਰਥ ਵਿੱਚ ਨਹੀਂ ਜੋੜ ਪਾ ਰਹੇ ਹਾਂ। ਅਸੀਂ ਮੈਂ ਦੇ ਦਾਇਰੇ ਵਿੱਚ ਰਹਿ ਕੇ ਜੀਵਨ ਨੂੰ ਸਮਝਣਾ ਚਾਹ ਰਹੇ ਹਾਂ, ਜਦ ਕਿ ਮੈਂ ਦਾ ਦਾਇਰਾ ਬਹੁਤ ਕਮਜ਼ੋਰ ਬੁਨਿਆਦ ਤੇ ਖੜਾ ਹੈ। ਇਹਦੀ ਦੀਵਾਰ ਬੜੀ ਟੈਂਪਰਰੀ ਹੈ। ਮੇਰੀ ਈਗੋ ਦੀ ਰਿਐਲਿਟੀ ਬਹੁਤ ਜ਼ਿਆਦਾ ਡੂੰਘੀ ਨਹੀਂ ਹੈ। ਮੈਂ ਇੱਕ ਇਸ ਤਰ੍ਹਾਂ ਦੀ ਗੱਲ ਵਿੱਚ ਫਸ ਗਿਆ ਹਾਂ ਕਿ ਜੀਵਨ ਦੀ ਗੱਲਾਂ ਨੂੰ, ਜੀਵਨ ਦੇ ਭੇਦ ਨੂੰ ਜਾਣਨ ਵਾਸਤੇ ਐਟੀਟਿਊਡ ਅਪਰੋਚ ਨਹੀਂ ਮਿਲ ਰਹੀ ਹੈ। ਕਿਉਂਕਿ ਜਦ ਮੈਂ ਦੇ ਦਾਇਰੇ ਵਿੱਚ ਇੱਕ ਚੀਜ਼ ਮੇਰੇ ਮਨ ਵਿੱਚ ਉਤਰਦੀ ਹੈ ਤਾਂ ਉਹ ਮੇਰੇ ਦਾਇਰੇ ਨੂੰ ਐਸਿਡ ਨਾਲ ਭਰ ਦਿੰਦੀ ਹੈ।
ਐਸਿਡ ਦਾ ਮਤਲਬ ਮੇਰਾ ਕੀ ਹੈ, ਜ਼ਹਿਰ ਵਰਗਾ ਇੱਕ ਇਹੋ ਜਿਹਾ ਐਕਸਪੀਰੀਅੰਸ ਜਿਹਦੇ ਵਿੱਚ ਮੈਨੂੰ ਨਿਰਾਸ਼ਤਾ, ਦੁੱਖ, ਪਰੇਸ਼ਾਨੀ ਔਰ ਵਿਆਕੁਲਤਾ ਇਹ ਮੇਰੇ ਪੱਲੇ ਬਾਰ-ਬਾਰ ਆਉਂਦੀ ਹੈ। ਮੈਂ ਖਿਡੌਣੇ ਜੀਵਨ ਵਿੱਚ ਖਿਡੌਣੇ ਲਿਆ ਕੇ ਆਪਣੇ ਮਨ ਨੂੰ ਡਿਸਟਰੈਕਟ ਜ਼ਰੂਰ ਕਰਦਾ ਹਾਂ। ਖਿਡੌਣੇ ਤੋਂ ਭਾਵ ਕੀ ਹੈ? ਮੋਮੈਂਟਰੀ ਪਲੇਜਰਸ। ਮੋਮੈਂਟਰੀ ਪਲੇਜਰ ਉਹਨਾਂ ਚੀਜ਼ਾਂ ਵਿੱਚ ਜਿਨ੍ਹਾਂ ਵਿੱਚ ਮੇਰਾ ਮਨ ਕੁਝ ਸਮੇਂ ਲਈ ਲੱਗ ਜਾਂਦਾ ਹੈ ਔਰ ਮੈਂ ਆਪਣੇ ਆਪ ਤੋਂ ਪਰੇ ਚਲੇ ਜਾਂਦਾ। ਇਹ ਵੀ ਅਸੀਂ ਆਪ ਹੀ ਡਿਫਾਈਨ ਕਰਦੇ ਹਾਂ। ਜੀਵਨ ਵਿੱਚ ਕੁਝ ਚੀਜ਼ਾਂ ਸਾਨੂੰ ਅੱਛੀਆਂ ਲੱਗਦੀਆਂ ਨੇ, ਅਸੀਂ ਉਹਨਾਂ ਨੂੰ ਜੀਵਨ ਵਿੱਚ ਰੀਇਨਫੋਰਸ ਕਰਦੇ ਰਹਿੰਦੇ ਹਾਂ ਔਰ ਉਹ ਸਾਡੀ ਸੰਸਕਾਰ ਬਣ ਜਾਂਦਾ ਹੈ। ਕਿਸੇ ਨੂੰ ਪੜ੍ਹਨ ਦਾ ਸ਼ੌਕ ਹੈ ਤਾਂ ਇਹ ਜਦੋਂ ਬਾਰ-ਬਾਰ ਪੜ੍ਹਾਂਗੇ ਤਾਂ ਉਹ ਸ਼ੌਕ ਸਾਨੂੰ ਮਨ ਦੇ ਵਿੱਚ ਗਹਿਨਤਾ ਵਿੱਚ ਉਤਰਨ ਲਈ ਅਸਿਸਟ ਕਰਦਾ ਹੈ। ਜਦੋਂ ਆਦਤ ਸਾਡੇ ਲਈ ਕੁਝ ਚਿਰ ਸਾਡੇ ਨਾਲ ਹੋ ਜਾਂਦੀ ਹੈ ਤਾਂ ਜਦੋਂ ਮੈਂ ਪੜ੍ਹਨਾ ਸ਼ੁਰੂ ਕਰਦਾ, ਮਨ ਰਿਲੈਕਸ ਮੋਡ ਵਿੱਚ ਚਲਾ ਜਾਂਦਾ ਹੈ। ਮਨ ਆਪਣੇ ਵਿਚਾਰਾਂ ਤੋਂ ਪਰਾ ਚਲਾ ਜਾਂਦਾ ਹੈ। ਮਨ ਸ਼ਾਂਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਨੂੰ ਲੱਗਦਾ ਇਹ ਹੈ ਕਿ ਇਹ ਕਿਤਾਬ ਪੜ੍ਹ ਕੇ ਮੇਰਾ ਮਨ ਸ਼ਾਂਤ ਹੋ ਰਿਹਾ ਹੈ ਤਾਂ ਗੱਲ ਠੀਕ, ਪਰ ਇਹਦੀ ਸਾਈਕੋਲੋਜੀ ਇਹ ਹੈ ਕਿ ਮਨ ਸ਼ਾਂਤ ਇਸ ਕਾਰਨ ਕਰਕੇ ਹੋ ਰਿਹਾ ਹੈ ਕਿਉਂਕਿ ਮਨ ਦੇ ਵਿੱਚ ਇੱਕ ਇਹੋ ਜਿਹੀ ਲਾਈਕਨੈਸ ਹੈ, ਇਹੋ ਜਿਹੀ ਚੀਜ਼ ਦੀ ਚਾਓ ਹੈ ਜਿਹੜਾ ਮੈਂ ਇਨਕਲਕੇਟ ਕੀਤਾ ਹੈ ਮਨ ਵਿੱਚ, ਜਿਸ ਨੂੰ ਮੈਂ ਮਨ ਵਿੱਚ ਰੀਇਨਫੋਰਸ ਕਰਦਾ ਜਾ ਰਿਹਾ ਹਾਂ। ਤਾਂ ਉਹਦੇ ਵਿੱਚ ਉਤਰਨ ਵਾਸਤੇ ਮੈਨੂੰ ਸੋਚਣਾ ਨਹੀਂ ਪੈਂਦਾ ਬਹੁਤ ਜ਼ਿਆਦਾ। ਜਿਵੇਂ ਕਿ ਜਦੋਂ ਅਸੀਂ ਆਪਣੇ ਘਰ ਜਾਂਦੇ ਹਾਂ, ਆਪਣੀ ਕਲੋਨੀ ਦੇ ਅੰਦਰ ਗੱਡੀ ਚਲਾ ਰਹੇ ਹੁੰਦੇ ਹਾਂ, ਸਾਨੂੰ ਬਹੁਤਾ ਸੋਚਣਾ ਨਹੀਂ ਪੈਂਦਾ, ਮਨ ਰਿਲੈਕਸ ਜਿਹਾ ਹੋ ਜਾਂਦਾ ਹੈ ਕਿਉਂਕਿ ਇਹ ਇਨਵਾਇਰਮੈਂਟ ਨੋਨ ਹੈ। ਤਾਂ ਨੋਨ ਇਨਵਾਇਰਮੈਂਟ ਵਿੱਚ ਸਾਡੀ ਸੋਚ ਗਿਰ ਜਾਂਦੀ ਹੈ। ਵੀ ਟੈਂਡ ਟੂ ਰਿਲੈਕਸ। ਇਸ ਤਰ੍ਹਾਂ ਅਗਰ ਆਪ ਛੁੱਟੀਆਂ ਮਨਾਉਣ ਜਾਂਦੇ ਹੋ, ਨਵੀਂ ਜਗ੍ਹਾ ਵਿੱਚ ਜਾਂਦੇ ਹੋ ਤਾਂ 2-3 ਦਿਨ ਲੱਗ ਜਾਂਦੇ ਸਾਨੂੰ ਸਮਝਣ ਵਾਸਤੇ ਅਸੀਂ ਕਿੱਥੇ ਆਏ ਹਾਂ। ਪਰ ਅਗਰ ਇੱਕ ਹੀ ਜਗ੍ਹਾ ਨੂੰ ਬਾਰ-ਬਾਰ ਅਸੀਂ ਜਾਵਾਂਗੇ ਤਾਂ ਸਾਨੂੰ ਬਹੁਤ ਜਲਦੀ ਉਹਦਾ ਭਾਵ ਸ਼ੁਰੂ ਹੋ ਜਾਏਗਾ ਆਉਣਾ, ਕਿਉਂਕਿ ਸਾਨੂੰ ਇਨਵਾਇਰਮੈਂਟ ਨੋਨ ਹੈ ਬਿਲਕੁਲ। ਇਸੇ ਤਰ੍ਹਾਂ ਰਾਤ ਦੀ ਨੀਂਦਰ ਦਾ ਰਿਲੇਸ਼ਨ ਵੀ ਹੈ। ਕਈ ਲੋਕ ਇਹ ਫੀਲ ਵੀ ਕਰਦੇ ਹੋਣਗੇ ਕਿ ਨਵੀਂ ਜਗ੍ਹਾ 'ਤੇ ਜਾਂਦੇ ਤੇ ਨੀਂਦ ਨਹੀਂ ਆਉਂਦੀ। ਮਨ ਦੀ ਐਨਰਜੀ ਉਸ ਇਨਵਾਇਰਮੈਂਟ ਨੂੰ ਸਮਝਣ ਵਾਸਤੇ ਲੱਗ ਰਹੀ ਹੈ। ਹੋ ਸਕਦਾ ਕਈਆਂ ਲੋਕਾਂ ਦਾ ਨੀਂਦ ਦੀ ਗਹਿਨ ਐਕਸਪੀਰੀਅੰਸ ਹੋਏ, ਉਹ ਕਿੱਥੇ ਵੀ ਸੋ ਜਾਂਦੇ ਨੇ, ਉਹ ਇੱਕ ਹੋਰ ਗੱਲ ਹੈ। ਪਰ ਮੈਂ ਆਪ ਨੂੰ ਇਹ ਥੋੜ੍ਹਾ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਮਨ ਦੇ ਨਾਲ ਹੀ ਰਿਲੇਸ਼ਨ ਰੱਖਦੇ ਹਾਂ। ਜੋ ਚੀਜ਼ਾਂ ਸਾਨੂੰ ਐਕਸਪੀਰੀਅੰਸ ਹੋ ਰਹੀਆਂ ਨੇ ਉਹ ਮਨ ਦੀ ਸਾਈਕੋਲੋਜੀ ਦੇ ਕਾਰਨ। ਸਾਈਕੋਲੋਜੀ ਇੱਕ ਸ਼ਬਦ ਵਰਤ ਰਿਹਾ ਮੈਂ, ਵੈਸੇ ਤਾਂ ਸ਼ਬਦ ਧਰਮ ਹੋਣਾ ਚਾਹੀਦਾ ਹੈ। ਧਰਮ ਦਾ ਮਤਲਬ ਇੱਥੇ ਹੋਇਆ ਨੇਚਰ, ਕਿ ਮਨ ਦੇ ਨੇਚਰ ਦੇ ਕਾਰਨ ਸਾਨੂੰ ਸਾਰਾ ਕੁਝ ਦਿਖ ਰਿਹਾ ਜਿਸ ਤਰ੍ਹਾਂ ਹੋ ਰਿਹਾ। ਉਸ ਨੇਚਰ ਨੂੰ ਮੈਂ ਸਮਝਾਂ ਕਿ ਨਾ ਸਮਝਾਂ, ਪਰ ਉਸ ਨੂੰ ਜੀ ਮੈਂ ਰਿਹਾ। ਔਰ ਅਗਰ ਮੈਂ ਥੋੜ੍ਹਾ ਜਿਹਾ ਗਹਿਨ ਤਰੀਕੇ ਨਾਲ ਜੀਵਨ ਜੀਆਂ ਤਾਂ ਇਹ ਮੈਨੂੰ ਸਮਝ ਆਉਣਾ ਸ਼ੁਰੂ ਹੋ ਜਾਏਗਾ ਕਿ ਮੇਰਾ ਮਨ ਕਿਸੇ ਚੀਜ਼ ਵਿੱਚ ਕਿਸ ਤਰ੍ਹਾਂ ਰਿਐਕਟ ਕਰ ਰਿਹਾ ਹੈ। ਗੁਰਮਤ ਵਿੱਚ ਗੁਰਮੁਖ ਹੋਣ ਦੀ ਗੱਲ ਮਨ ਦੇ
ਹਜ਼ੂਰੀ ਵਿੱਚ ਰਹਿਣ ਦੀ ਗੱਲ ਹੈ। ਇਹਨੂੰ ਅੱਜ ਕੱਲ੍ਹ ਦੀ ਸਾਈਕੋਲੋਜੀ ਵਿੱਚ ਜਿਹੜੇ ਨਵੇਂ ਲੋਕ ਆਏ ਨੇ ਉਹ ਮਾਈਂਡਫੁਲਨੈਸ ਇੱਕ ਸ਼ਬਦ ਵਰਤਦੇ ਆ ਕਿ ਮਾਈਂਡ ਨੂੰ ਦੀ ਅਵੇਅਰਨੈਸ ਵਿੱਚ ਜੀ ਰਿਹਾ ਹਾਂ। ਬਿਲਕੁਲ ਠੀਕ ਗੱਲ ਹੈ, ਪਰ ਮਾਫ਼ ਕਰਨਾ, ਮਨ ਦੇ ਜਿਹੜੇ ਪਹਿਲੂ ਨੇ ਉਹਨਾਂ ਵਿੱਚ ਇੱਕ ਪਹਿਲੂ ਇਹੋ ਜਿਹਾ ਹੈ ਜਿਹੜਾ ਗੁਰਪ੍ਰਸਾਦ ਤੋਂ ਸਾਡੇ ਜੀਵਨ ਵਿੱਚ ਉਤਰਦਾ ਹੈ। ਔਰ ਅਸੀਂ ਅਗਰ ਉਸ ਗੁਰਪ੍ਰਸਾਦ ਨੂੰ ਜਾਣਦੇ ਹਾਂ, ਅਗਰ ਅਸੀਂ ਉਸ ਗੁਰਪ੍ਰਸਾਦ ਨੂੰ ਐਕਸਪੀਰੀਅੰਸ ਕਰ ਲੈਂਦੇ ਹਾਂ, ਤਾਂ ਫਿਰ ਕੀ ਹੁੰਦਾ ਹੈ? ਨਰ ਤੇ ਸੁਰ ਹੋਏ ਜਾਤ ਨਿਮਖ ਮੈਂ ਸਤਿਗੁਰ ਬੁੱਧ ਸਿਖਲਾਈ। ਮਨ ਗੈਟਸ ਡਰੋਪਡ in a fraction of a second. This known mind gets transcended in less than a second, provided we know the realm of another, provided ਅਸੀਂ ਤੀਰਥ ਦੀ ਉਸ ਅਵਸਥਾ ਨੂੰ ਪ੍ਰਾਪਤ ਕਰ ਲਿਆ ਜਿੱਥੇ ਤੀਰਥ ਨਾਮ ਹੈ। ਮੇਰੇ ਜੀਵਨ ਦਾ, ਮੇਰੇ ਜੀਵਨ ਨੂੰ ਜਾਣਨ ਦਾ, ਮੇਰੇ ਜੀਵਨ ਨੂੰ ਜੀਣ ਦਾ ਜੋ ਕਲਾ ਹੈ, ਜੋ ਨੇਚਰ ਹੈ, ਜੋ ਐਟੀਟਿਊਡ ਹੈ, ਉਹ ਡਿਫਾਈਨ ਕਰਦਾ ਹੈ ਕਿ ਮੈਂ ਕਿਸ ਭਾਵ ਵਿੱਚ ਜੀ ਰਿਹਾ ਹਾਂ, ਮੈਂ ਕਿਸ ਭਾਵਨਾ ਵਿੱਚ ਜੀ ਰਿਹਾ ਹਾਂ। ਔਰ ਅਗਰ ਮੇਰੇ ਕੋਲ ਨਦਰ ਦੀ ਕਿਰਪਾ ਦੀ, ਗ੍ਰੇਸ ਦੀ ਹਜ਼ੂਰੀ ਹੈ, ਤਾਂ ਫਿਰ ਸਿਵਾਏ ਨਦਰ ਦੇ ਹੋਰ ਕੁਝ ਮੈਟਰ ਨਹੀਂ ਕਰਦਾ। ਇਸ ਤਰ੍ਹਾਂ ਦਾ ਸਮਝ ਲਈਏ ਕਿ ਸਾਡੇ ਕੋਲ ਹੁਣ ਇੱਕ ਇਹੋ ਜਿਹਾ ਟੂਲ ਮਿਲ ਸਕਦਾ ਹੈ ਜਿਹਦੇ ਨਾਲ ਅਸੀਂ ਆਪਣੀ ਸਾਰੀ ਨੋਨ ਕੰਡੀਸ਼ਨਸ ਤੋਂ ਪਰੇ ਜਾ ਸਕਦੇ ਹਾਂ। ਮੇਰੇ ਜੀਵਨ ਵਿੱਚ ਦੁੱਖ ਦੇ ਕਾਰਨ ਹੋ ਸਕਦੇ ਹਨ, ਪਰ ਦੁਖੀ ਹੋਣਾ ਨਾ ਹੋਣਾ ਮੇਰੇ ਹੱਥ 'ਚ ਹੈ। ਮੇਰੇ ਜੀਵਨ ਦੀ ਐਟੀਟਿਊਡ 'ਤੇ ਡਿਪੈਂਡ ਕਰਦਾ ਹੈ। ਇਸ ਤਰ੍ਹਾਂ ਨੇਚਰ ਦੁਨੀਆ ਦੀ ਇੱਕ ਬਲੈਸਿੰਗ ਹੈ, ਸਭ ਲਈ ਬਰਾਬਰ ਹੈ। ਇਹ ਜਿਹੜਾ ਜੀਵਨ ਹੈ, ਅਗਰ ਇਸ ਪੱਖ ਤੋਂ ਦੇਖੀਏ ਤਾਂ ਇਹ ਗਿਫਟ ਹੈ ਬਹੁਤ ਵੱਡਾ, ਕਿਉਂਕਿ ਆਪ ਨੂੰ ਕੋਈ ਇੱਕ ਸਮਾਂ ਦੇ ਦੇ, ਇੱਕ ਸਪੇਸ ਦੇ ਦੇ, ਇੱਕ ਦਰਸ਼ਨ ਦੇ ਦੇ, ਜਿਹਦੇ ਵਿੱਚ ਅਸੀਂ ਜੀਵਨ ਦੀ ਜੋ ਵੀ ਕੰਡੀਸ਼ਨਸ ਹਨ ਉਸ ਤੋਂ ਪਰੇ ਦੀ ਇੱਕ ਅਵਸਥਾ ਵਿੱਚ ਜੀ ਸਕਦੇ ਹਾਂ, ਜਿਹਦੇ ਵਿੱਚ ਮਹਾ ਆਨੰਦ ਹੈ ਔਰ ਉਹ ਸਦਾ ਲਈ ਹੈ। ਸਦਾ ਸ਼ਬਦ ਅਸੀਂ ਕਈ ਵਾਰ ਵਿਚਾਰਿਆ ਹੈ। ਕੰਡੀਸ਼ਨਸਲੈਸ ਆਨੰਦ ਹੈ, ਨਾ ਤਾਂ ਸਮੇਂ ਨਾਲ ਜਾਏਗਾ, ਮਹਾਰਾਜ ਨਾ ਇਹ ਕੋਈ ਕਾਰਨ ਕਰਕੇ ਰੋਕ ਸਕਦਾ ਹੈ, ਨਾ ਇਹ ਸਾਡੇ ਕੋਲੋਂ ਕੋਈ ਖੋ ਸਕਦਾ ਹੈ। ਗੁਰੂ ਨਾਨਕ ਸਾਹਿਬ ਸਾਨੂੰ ਇਹੋ ਜਿਹੀ ਬ੍ਰਹਮ ਗਿਆਨ ਅਵਸਥਾ ਦੀ ਗੱਲ ਚਲਾਉਂਦੇ ਹਨ ਜਿੱਥੇ ਮੈਂ ਸਦਾ ਲਈ ਆਪਣੇ ਔਰ ਆਪਣੇ ਸੰਗੀਆਂ ਦਾ ਜੀਵਨ ਹਮੇਸ਼ਾ ਲਈ ਬਦਲ ਸਕਦਾ ਹਾਂ। ਇੱਕ ਰੈਵੋਲੂਸ਼ਨ ਮੇਰੇ ਮਨ ਦੇ ਵਿੱਚ ਘਟੇਗੀ, ਜਿਹਦੀ ਤਰੰਗਾਂ, ਜਿਹਦੀ ਵੇਵਜ਼ ਸਾਰੀ ਦੁਨੀਆ ਨੂੰ ਇਫੈਕਟ ਕਰਨਗੀ। ਇਸ ਚੀਜ਼ ਨੂੰ ਅਸੀਂ ਜਾਣੀਏ ਕਿ ਨਾ ਜਾਣੀਏ, ਇਹ ਸਾਡੇ ਹੱਥ 'ਚ ਹੈ, ਪਰ ਇਸ ਨੂੰ ਜੀਤੇ ਅਸੀਂ ਰਹੇ ਹਾਂ। ਬਚਪਨ ਵਿੱਚ ਜਦੋਂ ਅਸੀਂ ਪੜ੍ਹਾਈ ਕਰਦੇ ਸੀ ਤਾਂ ਸਾਨੂੰ ਇਹ ਦਿਖਦਾ ਸੀ ਕਿ ਮੈਥਮੈਟਿਕਸ ਵਿੱਚ ਕਈ ਵਾਰ ਅਸੀਂ ਇੱਕ ਗਲਤੀ ਕਰਦੇ ਹਾਂ ਤਾਂ ਬਾਰ-ਬਾਰ ਉਹੀ ਗਲਤੀ ਰਿਪੀਟ ਕਰਦੇ ਰਹਿੰਦੇ ਹਾਂ। ਜੀਵਨ ਵੀ ਕੁਝ ਇਸੇ ਤਰ੍ਹਾਂ ਹੀ ਹੈ, ਕਿਉਂਕਿ ਦਰਅਸਲ ਦੁਨੀਆ ਦਾ ਜਿਹੜਾ ਚਕਾਚੌਂਧ ਹੈ, ਗਲੈਮਰ ਕਹਿ ਲਈਏ, ਆਵਾਜ਼ ਕਹਿ ਲਈਏ, ਡਿਸਟਰੈਕਸ਼ਨ ਕਹਿ ਲਈਏ, ਜਾਂ ਸਾਡੀ ਆਪਣੀ ਕਮਿਟਮੈਂਟ ਜੀਵਨ ਵਿੱਚ,
ਕਿਉਂਕਿ ਇਹ ਚੀਜ਼ਾਂ ਤਾਂ ਇੰਪੋਰਟੈਂਟ ਤਾਂ ਹੋ ਰਹੀਆਂ ਨੇ ਕਿ ਮੈਂ ਇਹਨਾਂ ਨੂੰ ਕਮਿਟਮੈਂਟ ਦਿੱਤੀ ਹੈ, ਨਹੀਂ ਤਾਂ ਇਹ ਇੰਪੋਰਟੈਂਟ ਨਹੀਂ ਹਨ। ਕੁਝ ਨਵੀਂ ਚੀਜ਼ ਮੇਰੇ ਜੀਵਨ ਵਿੱਚ ਉਤਰਦੀ ਹੈ, ਮੈਨੂੰ ਚੰਗੀ ਲੱਗਦੀ ਹੈ, ਮੈਂ ਉਹਨੂੰ ਬਾਰ-ਬਾਰ ਕਰਦਾ ਹਾਂ, ਹੁਣ ਉਹ ਮੇਰੇ ਜੀਵਨ ਦਾ ਇੱਕ ਇਸ ਹਿੱਸਾ ਬਣ ਗਈ। ਤਾਂ ਇਹ ਜਿਹੜੇ ਪਲੇਜ਼ਰਸ ਨੇ ਜੀਵਨ ਦੇ, ਇਹਨਾਂ ਨੂੰ ਮੈਂ ਸੁੱਖ ਜਾਣ ਕੇ ਜੀਂਦਾ ਹਾਂ। ਜਿਹੜੇ ਟੂਲਸ ਨੇ ਸੁੱਖ ਦੇ, ਜਿਨ੍ਹਾਂ ਨਾਲ ਸੁੱਖ ਟ੍ਰਿਗਰ ਹੋ ਰਿਹਾ, ਕਿਉਂ ਟ੍ਰਿਗਰ ਹੋ ਰਿਹਾ? ਕਿਉਂਕਿ ਮੈਂ ਉਹਨਾਂ ਨੂੰ ਕਮਿਟਮੈਂਟ ਦਿੱਤੀ ਹੈ। ਕਿਸੇ ਨੂੰ ਕ੍ਰਿਕਟ ਖੇਡਣ ਦਾ ਸ਼ੌਕ ਹੈ ਤਾਂ ਉਹਦਾ ਟ੍ਰਿਗਰ ਕ੍ਰਿਕਟ ਬਣ ਜਾਏਗਾ। ਜਿਸ ਦਿਨ ਇੰਡੀਆ ਦੀ ਟੀਮ ਹਾਰੇਗੀ ਉਸ ਦਿਨ ਉਹ ਪਰੇਸ਼ਾਨ ਰਹੇਗਾ, ਜਿਸ ਦਿਨ ਜਿੱਤੇਗੀ ਤੇ ਉਹ ਖੁਸ਼ ਔਰ ਆਨੰਦ ਵਿੱਚ ਰਹੇਗਾ। ਮੇਰੇ ਮਨ ਦੀ ਅਸਲ ਅਵਸਥਾ ਤਾਂ ਇਹਦੇ ਨਾਲ ਕੋਈ ਰਿਲੇਸ਼ਨ ਨਹੀਂ ਰੱਖਦੀ, ਪਰ ਕਿਉਂ ਰੱਖ ਰਹੀ ਹੈ? ਕਿਉਂਕਿ ਮੇਰੀ ਆਪਣੀ ਕਮਿਟਮੈਂਟਸ ਨੇ। ਮੈਂ ਆਪਣੇ ਜੀਵਨ ਦੀ એનર્ਜੀ ਕ੍ਰਿਕਟ ਵਿੱਚ ਲਗਾਈ ਹੈ, ਕਿਸੇ ਹੋਰ ਨੇ ਫੁੱਟਬਾਲ ਵਿੱਚ ਲਗਾਈ ਹੈ, ਕਿਸੇ ਨੇ ਹਾਕੀ 'ਚ ਲਗਾਈ ਹੈ। ਇਸ ਤਰ੍ਹਾਂ ਜੀਵਨ ਦੀ ਅਸੀਂ ਕਮਿਟਮੈਂਟਸ ਆਪਣੀ ਆਪ ਬਣਾਉਂਦੇ ਹਾਂ ਔਰ ਉਹਦੇ ਤੋਂ ਸਾਡਾ ਸੁੱਖ ਔਰ ਦੁੱਖ ਡਿਫਾਈਨ ਹੋ ਜਾਂਦਾ ਹੈ। ਮੈਂ ਨਹੀਂ ਇਹ ਕਹਿ ਰਿਹਾ ਕਿ ਇਹ ਗਲਤ ਹੈ, ਮੈਂ ਇਹ ਕਹਿ ਰਿਹਾ ਕਿ ਇਹ ਜਾਣਨਾ ਜ਼ਰੂਰੀ ਹੈ ਕਿ ਇਹ ਜਿਹੜੇ ਟ੍ਰਿਗਰਸ ਨੇ ਇਹ ਮਨ ਦੀ ਅਵਸਥਾ ਨੂੰ ਹੀ ਚੇਂਜ ਕਰ ਰਹੇ ਨੇ। ਇਹਦਾ ਨਾਲ ਕੁਝ ਟ੍ਰਿਗਰਸ ਦਾ ਰਿਲੇਸ਼ਨ ਵੈਸੇ ਨਹੀਂ ਹੈ। ਕਿਵੇਂ ਮੈਂ ਸਮਝਾਵਾਂ ਕਿ ਅਮਰੀਕਾ ਵਿੱਚ ਕ੍ਰਿਕਟ ਗੇਮ ਨਹੀਂ ਹੈ। ਹੁਣ ਤੁਸੀਂ ਅਗਰ ਇੱਕ ਅਮਰੀਕਨ ਨੂੰ ਕ੍ਰਿਕਟ ਦਿਖਾਓਗੇ, ਇਟ ਵਿਲ ਡੂ ਨਥਿੰਗ ਫॉर ਹਿਮ, ਸੋ ਇਟ ਡਜ਼ਨਟ ਟ੍ਰਿਗਰ ਐਨੀਥਿੰਗ, ਕਿਉਂਕਿ ਉਹਦਾ ਐਕਸਪੋਜਰ ਹੀ ਨਹੀਂ ਹੈ। ਉਹ ਪਹਿਲੇ ਸਮਝੇਗਾ ਕਿ ਖੇਡ ਹੈ, ਫਿਰ ਉਹ ਸੋਚੇਗਾ ਕਿ ਕਿਸ ਤਰ੍ਹਾਂ ਹੈ, ਫਿਰ ਉਹ ਐਕਸਪੀਰੀਅੰਸ ਕਰੇਗਾ, ਫਿਰ ਉਹਦੇ ਵਿੱਚ ਅਗਰ ਚੰਗਾ ਲੱਗੇਗਾ ਤਾਂ ਐਨਰਜੀ ਪਾਏਗਾ, ਫਿਰ ਉਹ ਕਿਧਰੇ ਜਾ ਕੇ ਉਸ ਨੂੰ ਐਕਸਪੀਰੀਅੰਸ ਕਰ ਸਕੇਗਾ ਕਿ ਹਾਂ ਉਹਨੂੰ ਟ੍ਰਿਗਰ ਬਣ ਗਿਆ ਜੀਵਨ ਦਾ। ਇਹ ਟ੍ਰਿਗਰਸ ਮੈਂ ਬਣਾਉਂਦਾ ਵਾਂ, ਬਟ ਇਹ ਟ੍ਰਿਗਰਸ ਹੀ ਆਪਣੇ ਆਪ ਵਿੱਚ ਰਿਐਲਿਟੀ ਨਹੀਂ ਹਨ। ਇਹ ਆਪਣੇ ਆਪ ਵਿੱਚ ਕੋਈ ਸੱਤ ਨਹੀਂ ਹੈ ਇਹਦੇ ਵਿੱਚ, ਕਿਉਂਕਿ ਅਗਰ ਦੁਨੀਆ ਵਿੱਚ ਕ੍ਰਿਕਟ ਗੇਮ ਹੀ ਨਾ ਬਣਦੀ ਤਾਂ ਮੈਂ ਫਿਰ ਕਿਹੜਾ ਸੁੱਖ ਔਰ ਦੁੱਖ ਲੱਭਦਾ। ਮੇਰੇ ਸੁੱਖ ਔਰ ਦੁੱਖ ਦੀ ਜਿਹੜੀ ਅਵਸਥਾ ਹੈ ਉਹ ਕੋਈ ਹੋਰ ਟ੍ਰਿਗਰ ਲੈ ਲੈਂਦੀ, ਮੈਂ ਕਿਸੇ ਹੋਰ ਚੀਜ਼ ਨਾਲ ਟ੍ਰਿਗਰ ਬਣਾ ਦਿੰਦਾ। ਔਰ ਮੈਂ ਜੀਵਨ ਵਿੱਚ ਤਾਂ ਸ਼ੁਰੂ ਤੋਂ ਕਰ ਹੀ ਰਿਹਾ, ਜਦੋਂ ਤੋਂ ਜਨਮ ਹੋਇਆ ਮੈਂ ਟ੍ਰਿਗਰਸ ਚੇਂਜ ਕਰਦਾ ਜਾ ਰਿਹਾ ਆਪਣੇ ਸੁੱਖ ਔਰ ਦੁੱਖ ਦੇ। ਇਹ ਬਹੁਤ ਜ਼ਿਆਦਾ ਮੈਚੋਰਿਟੀ ਵਾਲੀ ਗੱਲ ਨਹੀਂ ਰਹਿ ਗਈ। ਕਿਉਂ ਕਾਰਨ ਹੈ? ਕਿਉਂਕਿ ਮੈਂ ਦਰਅਸਲ ਆਨੰਦ ਲੱਭ ਰਿਹਾ ਹਾਂ। ਤਾਂ ਕਿੱਥੇ ਮੇਰਾ ਧਿਆਨ ਕਿਸੇ ਚੀਜ਼ ਵਿੱਚ ਭਾ ਜਾਂਦਾ ਹੈ, ਉੱਥੇ ਮੈਨੂੰ ਕੁਛ ਘੜੀ ਲਈ ਸੁੱਖ ਮਿਲਦਾ ਹੈ, ਉਸ ਨੂੰ ਮੈਂ ਆਨੰਦ ਨਾਲ ਰਿਲੇਟ ਕਰ ਦਿੰਦਾ ਹਾਂ। ਫਿਰ ਜਦੋਂ ਉਹਦੀ ਕੰਡੀਸ਼ਨ ਚੇਂਜ ਹੁੰਦੀ ਹੈ, ਉਹ ਦੁੱਖ ਬਣ ਜਾਂਦਾ ਹੈ, ਮੈਂ ਫਿਰ ਦੁਖੀ ਹੁੰਦਾ ਹਾਂ। ਲੱਭ ਤਾਂ ਮੈਂ ਠੀਕ ਵਸਤੂ ਰਿਹਾ, ਪਰ ਮੈਨੂੰ ਸਮਝ ਨਹੀਂ ਆ ਰਹੀ ਕਿੱਥੇ ਲੱਭਣੀ ਹੈ, ਕਿੱਥੇ ਜਾਣਾ ਹੈ ਇਸ ਨੂੰ ਲੱਭਣ ਲਈ। ਮਹਾਰਾਜ ਨੇ ਸਾਨੂੰ ਤੀਰਥ ਦੀ ਜਿਹੜੀ ਪੌੜੀ ਹੈ ਉਹਦੇ ਵਿੱਚ ਸਮਝਾਇਆ ਹੈ ਕਿ ਤੀਰਥ ਨਾਮ ਹੈ ਔਰ ਉਹ ਕਿਸ ਤਰ੍ਹਾਂ ਪ੍ਰਾਪਤ ਕਰਨਾ ਹੈ। ਗਾਵੀਏ ਸੁਣੀਏ ਮਨ ਰੱਖੀਏ ਪਾਓ, ਕਿ ਮਨ ਨੂੰ ਇਨਵੋਲਵ ਕਰਨਾ ਹੈ, ਮਨ ਨੂੰ ਆਪਣੇ ਤੋਂ ਬਿਯੋਂਡ ਲਿਜਾਣਾ ਹੈ, ਆਪਣੇ ਅੰਦਰ ਦੇ ਫੋਕਸ ਵਿੱਚ ਲਿਜਾਣਾ ਹੈ, ਜਾਂ ਇਸ ਤਰ੍ਹਾਂ ਸਮਝੀਏ ਈਗੋ ਤੋਂ ਹਟਾ ਕੇ ਨਿਰੰਕਾਰ ਵੱਲ ਲਿਜਾਣਾ ਹੈ, ਮਨਮੁਖ ਤੋਂ ਹਟਾ ਕੇ ਗੁਰਮੁਖ ਵੱਲ ਲਿਜਾਣਾ ਹੈ। ਈਗੋ ਸੈਂਟਰ ਨਾ ਬਣਾ ਕੇ ਨਾਮ ਸੈਂਟਰ ਬਣਾਉਣਾ ਹੈ। ਇਹ ਹੁਣ ਸਾਰੇ ਜੀਵਨ ਦੀ ਡੈਫੀਨੇਸ਼ਨ ਕ੍ਰੀਏਟ ਹੋ ਗਈ ਹੈ। ਮੇਰਾ ਇਨਵਾਇਰਮੈਂਟ ਬਾਹਰ ਜੀਵਨ ਦਾ ਜੋ ਵੀ ਹੋਏ, ਅਗਰ ਮੇਰਾ ਜੀਵਨ ਦਾ ਐਟੀਟਿਊਡ ਨਾਮ ਹੈ ਤਾਂ ਮੈਂ ਹਾਰ ਕੇ ਨਹੀਂ ਜਾਵਾਂਗਾ। ਅਗਰ ਮੇਰੇ ਜੀਵਨ ਦਾ ਐਟੀਟਿਊਡ ਈਗੋ ਹੈ, ਭਾਵੇਂ ਉਹਦੇ ਵਿੱਚ ਮੈਂ ਧੋਖੇ ਕਈ ਕਰ ਸਕਦਾ ਹਾਂ। ਗੁਰੂ ਸਾਹਿਬ ਸਾਨੂੰ ਕਈ ਤਰ੍ਹਾਂ ਸਮਝਾਉਂਦੇ, ਬੜੀ ਧੋਖੇ ਕਰਦੇ ਹਾਂ ਅਸੀਂ।
ਜੋ ਵਿਚਾਰ ਕਰਦੇ ਨੇ ਜ਼ਿਆਦਾ ਉਹ ਵੀ ਕਈ ਵਾਰ ਧੋਖਾ ਕਰ ਦਿੰਦੇ ਨੇ। ਵੇਦ ਕਤੇ ਵਿਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ। ਮਹਾਰਾਜ ਕਹਿੰਦੇ ਨੇ ਜਿਹੜੇ ਡਿਸਕਸ਼ਨਸ ਨੇ ਇਹ ਮਨ ਦੀ ਅਵਸਥਾ 'ਤੇ ਕੀ ਰਿਲੇਸ਼ਨ ਰੱਖਦੇ ਆ। ਜ਼ਰੂਰੀ ਤਾਂ ਇਹ ਹੈ, ਅਗਰ ਦਿਲ ਮੇਰਾ ਮਨ ਮੇਰੇ ਪਰੇਸ਼ਾਨੀ 'ਚ ਹੈ ਤਾਂ ਮੈਂ ਸਪਿਰਿਚੁਅਲ ਡਿਸਕਸ਼ਨਸ ਵੀ ਕਰ ਰਿਹਾ ਹੋਵਾਂ ਪਰ ਮਨ ਮੇਰਾ ਸ਼ਾਂਤ ਨਹੀਂ ਹੋ ਰਿਹਾ ਤਾਂ ਫਿਰ ਕੁਝ ਇਸ਼ੂ ਹੈ, ਇਹਨੂੰ ਦੇਖਣ ਦੀ ਲੋੜ ਹੈ। ਬਲਕਿ ਉਹ ਤਾਂ ਕਹਿੰਦੇ ਨੇ ਕਿ ਬਕਵਾਸ ਜੀ ਗੱਲ ਬਣਦੀ ਹੈ। ਅਗਰ ਮਨ ਇਨਵੋਲਵ ਨਹੀਂ ਹੋਇਆ, ਅਗਰ ਮਨ ਸੱਤ ਵੱਲ ਨਹੀਂ ਮੂੰਹ ਕਰਕੇ ਚੱਲਿਆ, ਅਗਰ ਮਨ ਸ਼ਾਂਤ ਨਹੀਂ ਹੋਇਆ, ਅਗਰ ਮਨ ਖੇੜੇ 'ਚ ਨਹੀਂ ਹੋਇਆ, ਅਗਰ ਮਨ ਕੰਡੀਸ਼ਨਲੈਸ ਨਹੀਂ ਹੋਇਆ, ਸਮਝਣਾ ਕੰਡੀਸ਼ਨਲੈਸ। ਅੱਜ ਮੈਂ ਇੱਕ ਰਾਜ ਤਖਤ 'ਤੇ ਬੈਠਾ ਹਾਂ, ਮਨ ਆਨੰਦ ਵਿੱਚ ਹੈ, ਮੈਂ ਨਾਮ ਅਭਿਆਸ ਕਰਦਾ ਹਾਂ। ਕੱਲ੍ਹ ਉਹ ਰਾਜ ਤਖਤ ਮੇਰਾ ਗਿਰ ਕੇ ਖਤਮ ਹੋ ਜਾਂਦਾ ਹੈ, ਮੈਂ ਨਾਮ ਛੱਡ ਦਿੰਦਾ ਹਾਂ। ਇਹ ਹੁਣ ਆਸ਼ਿਕ ਨਹੀਂ ਹੈ। ਮਹਾਰਾਜ ਕਹਿੰਦੇ ਨੇ ਆਸ਼ਿਕ ਜਿਹੜਾ ਹੈ ਉਹ ਇਹ ਚੰਗੇ ਔਰ ਮੰਦੇ ਨੂੰ ਨਹੀਂ ਦੇਖਦਾ ਹੈ, ਇਹ ਤਾਂ ਲਵ ਅਫੇਅਰ ਹੈ। ਇਹਦਾ ਫਿਜ਼ੀਕਲ ਕੰਡੀਸ਼ਨਸ ਨਾਲ ਕੋਈ ਰਿਲੇਸ਼ਨ ਨਹੀਂ ਹੈ। ਹਾਂ, ਟੈਂਪਰਰੀ ਹੋ ਸਕਦਾ ਹੈ ਕਿ ਕੁਝ ਸਮਾਂ ਲਏ ਉਹ, ਪਰ ਉਹਦਾ ਮਨ ਨਹੀਂ ਮੁੜੇਗਾ। ਮਤਲਬ ਕੀ ਹੈ ਕਿ ਗੁਰਮੁਖ ਤੋਂ ਮਨਮੁਖ ਨਹੀਂ ਹੋ ਜਾਏ, ਈਗੋ ਵੱਲ ਨਹੀਂ ਚੱਲ ਜਾਏਗਾ ਉਹ। ਅਗਰ ਉਹ ਗਿਆ ਤਾਂ ਫਿਰ ਉਹ, ਇਹਦਾ ਮਤਲਬ ਹਾਲੇ ਐਕਸਪੀਰੀਅੰਸ ਦੀ ਘਾਟ ਹੈ ਜੀਵਨ ਦੇ। ਤਾਂ ਮੈਂ ਆਪ ਨੂੰ ਜੇ ਇੱਕ ਵਰਡ ਯੂਜ਼ ਕੀਤਾ ਕੰਡੀਸ਼ਨਲੈਸ, ਨਾਮ ਦੇ ਵਿੱਚ ਕੋਈ ਕੰਡੀਸ਼ਨਸ ਨਹੀਂ ਹਨ। ਮੈਂ ਨਾਮ ਦੇ ਅਭਿਆਸ ਵਿੱਚ ਬੈਠ ਕੇ, ਨਾਮ ਦੇ ਆਨੰਦ ਵਿੱਚ ਅਗਰ ਮੈਂ ਲੀਨ ਹੋ ਕੇ ਮਨ ਨੂੰ ਸ਼ਾਂਤ ਔਰ ਆਨੰਦ ਵਿੱਚ ਲੈ ਜਾਂਦਾ ਹਾਂ ਤਾਂ ਇਹਦਾ ਕੋਈ ਕਾਰਨ ਨਹੀਂ ਹੈ। ਮੈਂ ਅੱਜ ਕੋਈ ਪਿਕਚਰ ਦੇਖੀ ਕਿ ਮੈਂ ਕੁਝ ਹੋਰ ਸਿਚੁਏਸ਼ਨ ਦੇ ਵਿੱਚੋਂ ਨਿਕਲਿਆ, ਇਹਨਾਂ 'ਚ ਕੋਈ ਫਰਕ ਨਹੀਂ ਪੈਂਦਾ। ਨਾਮ ਦੀ ਕੰਡੀਸ਼ਨ 'ਚ ਫਰਕ ਨਹੀਂ ਪੈਂਦਾ। ਮਨ ਦੀ ਅਵਸਥਾ ਦੇ ਕਾਰਨ ਕਰਕੇ ਜ਼ਰੂਰ ਮੈਂ ਵਿਆਕੁਲ ਹੋ ਸਕਦਾ। ਤਾਂ ਗੁਰੂ ਸਾਹਿਬ ਸਾਨੂੰ ਇਸ ਪੌੜੀ ਵਿੱਚ ਗੁਰਮਤ ਦੇ ਅਨੁਸਾਰ ਕੀ ਜੀਵਨ ਹੋ ਸਕਦਾ ਹੈ ਉਹਦੇ ਬਾਰੇ ਦੱਸਦੇ ਹੈ। ਇਹ ਮਹਾਰਾਜ ਨੇ ਸਾਨੂੰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਮਨ ਦੀ ਜਿਹੜੀ ਅਵਸਥਾ ਨੇ ਇਹ ਯੁੱਗਾਂ ਨਾਲ ਕੀ ਰਿਲੇਸ਼ਨ ਰੱਖਦੀਆਂ ਹਨ। ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੇ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸ ਧਰੇ, ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਤਿਹਾ ਕੋਈ ਨਾ ਸੁਝੀ, ਜੇ ਤਿਸ ਗੁਣ ਕੋਈ ਕਰੇ। ਇੱਕ ਤਰ੍ਹਾਂ ਅਸੀਂ ਅਗਰ ਦੇਖੀਏ ਤੇ ਇਸ ਪੌੜੀ ਦਾ ਬੜਾ ਸਿੱਧਾ ਭਾਵ ਬਣ ਸਕਦਾ ਹੈ ਕਿ ਅਸੀਂ ਚਾਰ ਯੁੱਗਾਂ ਨੂੰ ਜਾਣਦੇ ਹਾਂ। ਅਸੀਂ ਪਦਾਰਥ ਨੂੰ ਜਾਣਦੇ ਹਾਂ, ਅਸੀਂ ਯਸ਼ ਨੂੰ ਜਾਣਦੇ ਹਾਂ, ਤਾਂ ਇੱਕ ਤਾਂ ਅਸੀਂ ਉਮਰ ਲੰਬੀ ਚਾਹੁੰਦੇ ਹਾਂ। ਦੂਸਰਾ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਸਭ ਕੋਲ ਜਾਣੇ ਦੁਨੀਆ, ਸਾਰੇ ਲੋਕ ਸਾਨੂੰ ਫੋਲੋ ਕਰਨ। ਤਾਂ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ, ਚਾਰ ਯੁੱਗਾਂ ਵਰਗੀ ਉਮਰ ਹੋਏ, ਉਸ ਤੋਂ 10 ਗੁਣਾ ਉਮਰ ਹੋਏ। ਇੱਕ ਯੁੱਗ ਅਲੱਗ ਅਲੱਗ ਸਮੇਂ ਦੇ ਹਿਸਾਬ ਨਾਲ ਅਲੱਗ ਅਲੱਗ ਯੁੱਗ ਦੇ ਸਾਲ ਨੇ। ਸਤਯੁਗ ਨੂੰ ਜਿਵੇਂ 17 ਲੱਖ ਸਾਲ ਕਿਹਾ, ਫਿਰ ਤ੍ਰੇਤੇ ਨੂੰ 13 ਲੱਖ ਕਿਹਾ, ਫਿਰ 8 ਲੱਖ ਕਿਹਾ ਦੁਆਪਰ ਨੂੰ,
ਫਿਰ ਕਲਯੁਗ ਨੂੰ 4 ਲੱਗ ਗਿਆ। ਇਹ ਸਮੇਂ ਦੇ ਹਿਸਾਬ ਨਾਲ ਯੁੱਗ ਵੰਡੇ ਹੈ। ਤਾਂ ਇਹ ਇੱਕ ਭਾਵ ਇਸ ਪੌੜੀ ਦਾ ਸਮੇਂ ਦੇ ਹਿਸਾਬ ਨਾਲ ਪੜ੍ਹਿਆ ਜਾ ਸਕਦਾ ਹੈ। ਮਨ ਮੇਰਾ ਸਮੇਂ ਦੇ ਵਿੱਚ ਹੈ ਤਾਂ ਮੈਂ ਕੀ ਲੱਭਦਾ ਹਾਂ? ਸਮਾਂ ਹਮੇਸ਼ਾ ਲਈ ਹੋਏ, ਕਦੇ ਖਤਮ ਨਾ ਹੋਏ, ਮੇਰੀ ਮੌਤ ਕਦੇ ਨਾ ਹੋਏ। ਇੱਕ ਇਹ ਭਾਵ, ਜੇ ਜੁਗ ਚਾਰੇ ਆਰ ਜਾ ਹੋਰ ਦਸੂਣੀ ਹੋਏ। ਫਿਰ ਮੈਨੂੰ ਸਾਰੇ ਜਾਣਨ, ਨਵਾਂ ਖੰਡਾ ਵਿੱਚ ਜਾਣੀਏ, ਨਾਲ ਚਲੇ ਸਭ ਕੋਏ। ਈਗੋ ਦੀ ਇੱਕ ਬੜੀ ਵੱਡੀ ਰਿਕੁਆਇਰਮੈਂਟ ਹੈ ਕਿ ਮੈਂ ਚਾਹੁੰਦਾ ਕਿ ਸਭ ਮੇਰੇ ਨਾਲ ਚੱਲਣ, ਕਿਉਂਕਿ ਉਹ ਫਿਰ ਮੈਂ ਰੀਇਨਫੋਰਸ ਕਰਦੀ ਹੈ। ਬਾਅਦ ਦਫਾ ਅਸੀਂ ਇਹ ਵੀ ਦੇਖਦੇ ਹਾਂ, ਜਿਵੇਂ ਉਸ ਦਿਨ ਵੀਰ ਇੱਕ ਕਹਿ ਰਹੇ ਸਨ ਕਿ ਇਤਨੇ ਕਰੋੜ ਸਿੱਖ ਖਾਲਸਾ ਬਣਨਗੇ। ਇਹਦਾ ਰੂਟ, ਬੀਜ ਕਿੱਥੋਂ ਆ ਰਿਹਾ? ਤੇ ਸਾਰੀ ਦੁਨੀਆ ਸਿੱਖ ਬਣ ਜਾਏਗੀ, ਇਹਦਾ ਮਤਲਬ ਮੈਂ ਠੀਕ ਹਾਂ। ਇਹ ਈਗੋ ਦੀ ਬੀਜ, ਇਹਦਾ ਈਗੋ ਤੋਂ ਆ ਰਿਹਾ। ਜੇ ਮੈਂ ਬਾਹਰ ਦੀ ਗਿਣਤੀ ਨੂੰ ਦੇਖ ਕੇ ਧਰਮ ਨੂੰ ਜਾਣਦਾ ਹਾਂ ਤਾਂ ਉਹ ਮੇਰੀ ਈਗੋ ਤੋਂ ਆ ਰਿਹਾ ਹੈ। ਧਰਮ ਨਾਲ ਗਿਣਤੀ ਦਾ ਕੋਈ ਰਿਲੇਸ਼ਨ ਨਹੀਂ, ਕਿਉਂਕਿ ਧਰਮ ਮੈਂ ਮਨ ਨਾਲ ਕਮਾਣਾ ਹੈ। ਪਰ ਅਗਰ ਮੈਂ ਕਹਿੰਦਾ ਵਾਂ ਕਿ ਸਾਰੀ ਦੁਨੀਆ ਸਿੱਖ ਬਣ ਜਾਏਗੀ, ਇਹਦਾ ਮਤਲਬ ਕਿਧਰੇ ਮੈਨੂੰ ਆਪਣੇ ਹੀ ਧਰਮ ਨਾਲ ਡਾਊਟ ਹੈ। ਮੈਨੂੰ ਇੱਕ ਤਾਂ ਇਹ ਰੀਇਨਫੋਰਸਮੈਂਟ ਚਾਹੀਦੀ ਹੈ, ਸਾਰੇ ਮੈਨੂੰ ਫੋਲੋ ਕਰਨ। ਨਵਾਂ ਖੰਡਾ ਵਿੱਚ ਜਾਣੀਏ, ਨਾਲ ਚਲੇ ਸਭ ਕੋਏ। ਸਾਰੀ ਦੁਨੀਆ ਮੈਨੂੰ ਫੋਲੋ ਕਰੇ, ਸਾਰੀ ਦੁਨੀਆ ਮੈਨੂੰ ਜਾਣੇ, ਯਸ਼ ਵਿੱਚ ਹੋਵਾਂ ਮੈਂ। ਯਸ਼ ਮਤਲਬ ਕਿ ਮੈਨੂੰ ਸਲਾਹੇ, ਸਾਰੇ ਲੋਕ ਮੈਨੂੰ ਸਲਾਹਣ। ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗਲੇ। ਨਾਉ ਮੇਰਾ ਚੰਗਾ ਹੋਏ, ਫੇਮਸ ਹੋਵਾਂ। ਬਾਅਦ ਦਫਾ ਅਸੀਂ ਸੁੱਖ ਨੂੰ ਫੇਮਸ ਨਾਲ ਰਿਲੇਟ ਕਰਦੇ ਹਾਂ ਕਿ ਜਿਹੜੇ ਲੋਕ ਫੇਮਸ ਹਨ ਉਹ ਬੜੇ ਸੁਖੀ ਹੋਣਗੇ। ਜਸ ਕੀਰਤ, ਜਸ ਹੋਏ, ਮੇਰੀ ਕੀਰਤੀ ਹੋਏ, ਮੇਰੇ ਲੋਕ ਸਲਾਹਣ ਮੈਨੂੰ। ਇਹ ਗੱਲਾਂ, ਇਹ 5 ਗੱਲਾਂ ਆ ਜਾਂਦੀਆਂ ਨੇ। ਇਹਦੇ 'ਚ ਉਮਰ ਆ ਜਾਂਦੀ ਹੈ, ਫੇਮਸ ਹੋਣਾ ਆ ਜਾਂਦਾ ਹੈ, ਜਸ ਕੀਰਤੀ ਹੋ ਜਾਂਦੀ ਹੈ, ਕਿ ਇਹ ਸਭ ਮੈਨੂੰ ਮਿਲ ਜਾਏ। ਇਹਨਾਂ ਚੀਜ਼ਾਂ ਨੂੰ ਮੈਂ ਸੱਚ ਜਾਣਦਾ ਹਾਂ ਕਿ ਇਹ ਚੀਜ਼ਾਂ ਮੈਨੂੰ ਮਿਲਣਗੀਆਂ ਤਾਂ ਫਿਰ ਸੁੱਖ ਹੀ ਸੁੱਖ ਹੈ। ਇਸ ਸ਼ਬਦ ਦਾ ਇੱਕ ਇਹ ਭਾਵ ਨਿਕਲਦਾ ਕਿ ਇਹ ਸਾਰੀਆਂ ਚੀਜ਼ਾਂ ਹੋਣ ਤੇ ਵੀ ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕਿ ਸੱਤ ਦੇ ਗਿਆਨ ਵਿੱਚ, ਗੁਰਮਤ ਦੇ ਗਿਆਨ ਵਿੱਚ, ਅਧਿਆਤਮ ਦੇ ਮਾਰਗ ਵਿੱਚ ਅਗਰ ਨਜ਼ਰ ਮੇਰੇ ਕੋਲ ਨਹੀਂ ਹੈ, ਮੇਰੇ ਜੀਵਨ ਵਿੱਚ ਗੁਰਪ੍ਰਸਾਦ ਨਹੀਂ ਹੈ, ਤਾਂ ਕੋਈ ਉੱਥੇ ਮੁੱਲ ਨਹੀਂ ਇਹਨਾਂ ਚੀਜ਼ਾਂ ਦਾ ਪੈਂਦਾ। ਕਿਤਨਾ ਮੈਂ ਉਮਰ ਜੀਆ, ਕਿਤਨਾ ਮੇਰਾ ਯਸ਼ ਕੀਰਤੀ ਹੋਈ, ਕਿਤਨੇ ਲੋਕ ਮੇਰੇ ਨਾਲ ਚੱਲਣ, ਕਿਤਨੇ ਖੰਡਾਂ ਵਿੱਚ ਮੈਨੂੰ ਲੋਕ ਜਾਣਨ, ਇਹਦਾ ਕੋਈ ਵੀ ਮੁੱਲ ਨਹੀਂ ਹੈ। ਅਲੈਗਜ਼ੈਂਡਰ ਇੱਕ ਫੇਮਸ ਕਿੰਗ ਹੋਇਆ, ਜੋ ਉਹ ਚਾਹੁੰਦਾ ਸੀ ਕਰ ਸਕਦਾ ਸੀ, ਔਰ ਉਸ ਦੀ ਜੰਗ, ਕਿਤਨੀ ਜੰਗਾਂ ਫਤਿਹ ਕੀਤੀਆਂ। ਅਲੈਗਜ਼ੈਂਡਰ ਔਰ ਇੱਕ ਡਾਇਓਜਨੀਜ਼ ਦਾ ਡਾਇਲੋਗ ਹੈ। ਡਾਇਓਜਨੀਜ਼ ਸਕੂਲ ਆਫ ਸਿਨਿਕਸ, ਸੋਕਰਟੀਜ਼ ਦੇ ਸਕੂਲ ਹੁੰਦੇ, ਉਹਦੇ ਵਿੱਚ ਇੱਕ ਸਿਨਿਸਿਜ਼ਮ ਜਿੱਥੋਂ ਵਰਡ ਬਣਿਆ ਹੈ, ਸਿਨਿਕਸ, ਸਕੂਲ ਆਫ ਸਿਨਿਕਸ, ਉਹਨਾਂ ਦਾ ਗੁਰੂ ਸੀ। ਉਹ ਗੁਰੂ ਮੈਂ ਵਰਡ ਵਰਤਦਾ, ਉਹ ਉਹਦਾ ਲੀਡਰ ਸੀ। ਐਥਨਸ ਵਿੱਚ ਅਲੈਗਜ਼ੈਂਡਰ ਆਇਆ, ਉਸਨੇ ਫਤਿਹ ਕੀਤਾ। ਸਾਰੇ ਸਕੂਲ ਦੇ ਜਿਹੜੇ ਹੈਡ ਸੀਗੇ ਉਹ ਉਹਨੂੰ ਰਿਸਪੈਕਟ ਦੇਣ ਆਏ। ਡਾਇਓਜਨੀਜ਼ ਨਹੀਂ ਆਇਆ, ਕਿਉਂਕਿ ਮਸਤਾਨਾ ਜਿਹਾ ਆਦਮੀ ਸੀ, ਪਾਟੇ ਕੱਪੜੇ 'ਚ ਘੁੰਮਦਾ ਸੀ, ਇੱਕ ਟੱਬ ਦੇ ਵਿੱਚ ਰਹਿੰਦਾ ਸੀ, ਕੁਛ ਵੀ ਕਰ ਦੇਣਾ, ਕੁਛ ਵੀ ਕਹਿ ਦੇਣਾ, ਲੋਕ ਡਰ ਕੇ ਹੀ ਰਹਿੰਦੇ ਸੀ ਉਸ ਤੋਂ।
ਤਾਂ ਅਲੈਗਜ਼ੈਂਡਰ ਨੇ ਪੁੱਛਿਆ ਵੀ ਡਾਇਓਜਨੀਜ਼ ਕਿਉਂ ਨਹੀਂ ਆਇਆ? ਉਹਨਾਂ ਨੇ ਕਿਹਾ ਜੀ ਉਹ ਤਾਂ ਨਹੀਂ ਆਇਆ। ਉਹਨੇ ਕਿਹਾ ਮੈਨੂੰ ਲੈ ਚੱਲੋ। ਅਲੈਗਜ਼ੈਂਡਰ ਡਾਇਓਜਨੀਜ਼ ਦੇ ਨਾਲ ਜਾ ਕੇ ਖਲੋ ਗਿਆ। ਉਹਨੂੰ ਕਹਿੰਦਾ ਆਈ ਐਮ ਅਲੈਗਜ਼ੈਂਡਰ। ਜਿਸ ਤਰ੍ਹਾਂ ਕੋਈ ਰਾਜਾ ਆਪਣੀ ਅਨਾਊਂਸਮੈਂਟ ਕਰਦਾ ਹੈ ਕਿ ਮੈਂ ਇੰਨਾ ਪਾਵਰਫੁਲ ਹਾਂ, ਮੇਰੇ ਕੋਲ ਸ਼ਕਤੀ ਹੈ, ਮੇਰੇ ਕੋਲ ਪੈਸਾ ਹੈ, ਮੇਰੇ ਕੋਲ ਮੀਨਸ ਹਨ। ਤਾਂ ਡਾਇਓਜਨੀਜ਼ ਵੀ ਸੁਣ ਕੇ ਉਹਦੇ ਹੰਕਾਰ 'ਚ ਨਹੀਂ ਦੱਬਿਆ। ਉਸਨੇ ਉਹਦਾ ਜਵਾਬ ਉਸੇ ਤਰ੍ਹਾਂ ਦਿੱਤਾ, ਆਈ ਐਮ ਡਾਇਓਜਨੀਜ਼। ਕਿ ਤੂੰ ਅਲੈਗਜ਼ੈਂਡਰ ਹੋਏਗਾ, ਮੈਂ ਡਾਇਓਜਨੀਜ਼ ਹਾਂ, ਮੇਰੀ ਵੀ ਹੋਂਦ ਹੈ। ਟੱਬ ਦੇ ਵਿੱਚ ਇੱਕ ਨੰਗਾ ਮਲੰਗਾ ਆਦਮੀ ਬੈਠਾ ਇੱਕ ਰਾਜੇ ਨੂੰ ਕਹਿ ਰਿਹਾ ਕਿ ਮੈਂ ਵੀ ਹਾਂ, ਮੈਂ ਤੇਰੇ ਹੰਕਾਰ ਤੋਂ, ਤੇਰੇ ਜ਼ੋਰ ਤੋਂ, ਤੇਰੇ ਜ਼ਬਰ ਤੋਂ ਡਰਦਾ ਨਹੀਂ ਹਾਂ। ਕਿਉਂ ਕਹਿ ਰਿਹਾ? ਕਿਉਂਕਿ ਡਾਇਓਜਨੀਜ਼ ਕੋਲ ਕੁਝ ਇਹੋ ਜਿਹੀ ਵਸਤੂ ਹੈ ਜਿਹੜੇ ਅਲੈਗਜ਼ੈਂਡਰ ਨਾ ਦੇ ਸਕਦਾ ਹੈ ਨਾ ਲੈ ਸਕਦਾ ਹੈ। ਜਿਹਦੀ ਡਾਇਓਜਨੀਜ਼ ਦੀ ਕਿਰਪਾਨ ਉਹਦੇ ਸਿਰ 'ਤੇ ਚੱਲ ਵੀ ਜਾਏਗੀ, ਉਹਦਾ ਕੁਛ ਨਹੀਂ ਵਿਗਾੜ ਪਾਏਗੀ। ਉਹਦੇ ਕੋਲ ਇੱਕ ਇਹੋ ਜਿਹੀ ਸਟੇਟ ਆਫ ਮਾਈਂਡ ਹੈ ਜਿਹਦੇ ਨਾਲ ਡਾਇਓਜਨੀਜ਼ ਦਾ ਕੋਈ ਰਿਲੇਸ਼ਨਸ਼ਿਪ ਹੀ ਨਹੀਂ ਹੈ। ਉਹਦੇ ਕੋਲ ਇੱਕ ਇਹੋ ਜਿਹੇ ਸੁੱਖਾਂ ਦਾ ਸੋਮਾ ਹੈ ਜਿਹਦੇ ਨਾਲ ਪਦਾਰਥ ਦਾ ਕੋਈ ਲਿੰਕ ਹੀ ਨਹੀਂ ਹੈ। ਡਾਇਓਜਨੀਜ਼ ਕਹਿੰਦਾ ਉਸ ਨੂੰ ਕਿ ਅਲੈਗਜ਼ੈਂਡਰ ਕਹਿੰਦਾ ਡਾਇਓਜਨੀਜ਼ ਨੂੰ ਕਿ ਮੈਂ ਤੇਰੇ ਲਈ ਕੁਝ ਕਰ ਸਕਦਾ ਹਾਂ। ਤਾਂ ਜੋ ਜਵਾਬ ਦਿੰਦਾ ਡਾਇਓਜਨੀਜ਼, ਉਹ ਕਹਿੰਦਾ ਹਾਂ ਕਰ ਤਾਂ ਸਕਦਾ, ਤੂੰ ਧੁੱਪ ਰੋਕ ਰਿਹਾ ਮੇਰੇ ਤੋਂ, ਪਾਸੇ ਹੋ ਕੇ ਖਲੋ। ਇੱਕ ਬੇਇੱਜ਼ਤੀ ਕਰ ਦਿੰਦਾ। ਮਤਲਬ ਉਹਨੂੰ ਕੀ ਕਹਿ ਰਿਹਾ, ਤੂੰ ਮੇਰੇ ਲਈ ਕੀ ਕਰੇਗਾ? ਤੂੰ ਤਾਂ ਵਿਘਨ ਹੀ ਬਣੇਗਾ ਮੇਰੇ ਲਈ। ਹੁਣ ਇਹ ਪਾਵਰ ਦੀ ਗੇਮ ਹੈ। ਅਲੈਗਜ਼ੈਂਡਰ ਪਾਵਰ ਨੂੰ ਸੱਤ ਜਾਣਦਾ ਹੈ। ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਕਿ ਜਿਤਨੀ ਜ਼ਮੀਨਾਂ ਮੈਂ ਫਤਿਹ ਕੀਤੀਆਂ, ਜਿਤਨੀ ਜਗ੍ਹਾ ਮੈਂ ਜਿੱਤੀਆਂ, ਜਿਤਨੇ ਰਾਜ ਮੈਂ ਐਸਟੈਬਲਿਸ਼ ਕੀਤੇ, ਉਤਨਾ ਮੈਂ ਵੱਡਾ ਹਾਂ। ਉਤਨੀ ਈਗੋ ਵੱਡੀ ਹੈ। ਔਰ ਈਗੋ ਸਟੈਂਡਸ ਔਨ ਏ ਵੈਰੀ ਫਰਜਾਈਲ ਫਾਊਂਡੇਸ਼ਨ। ਉਹ ਤਾਂ ਕਾਲ ਦੇ ਨਾਲ ਹੁਣੇ ਪਾਸਾ ਪੁੱਠਾ ਪੈ ਸਕਦਾ। ਇਹ ਗਿਆਨ ਡਾਇਓਜਨੀਜ਼ ਕੋਲ ਹੈ ਕਿ ਜੋ ਕੁਛ ਮਰਜ਼ੀ ਅਲੈਗਜ਼ੈਂਡਰ ਕੋਲ ਹੋਏ, ਉਹਦੇ ਕੋਲ ਉਹ ਸੋਮਾ ਨਹੀਂ ਜੋ ਮੇਰੇ ਕੋਲ ਹੈ। ਜੋ ਮਰਜ਼ੀ ਪਾਵਰ ਅਲੈਗਜ਼ੈਂਡਰ ਕੰਟਰੋਲ ਕਰਦਾ ਹੋਏ, ਮੇਰੀ ਜੋ ਅਵਸਥਾ ਹੈ ਮਨ ਦੀ, ਉਹਨੂੰ ਉਹ ਕੁਛ ਨਹੀਂ ਛੇੜ ਸਕਦਾ। ਤਾਂ ਉਹਦੀ ਬੇਇੱਜ਼ਤੀ ਕਰ ਦਿੰਦਾ ਹੈ। ਡਾਇਓਜਨੀਜ਼ ਤਾਂ ਵੈਸੇ ਵੀ ਬੇਇੱਜ਼ਤੀ ਕਰਦਾ ਸੀ ਲੋਕਾਂ ਦੀ, ਪਰ ਉਹ ਅਲੈਗਜ਼ੈਂਡਰ ਦੀ ਬੇਇੱਜ਼ਤੀ ਕਰਨ ਦਾ ਮਤਲਬ ਹੈ ਕਿ ਉਹ ਮੌਤ ਨਾਲ ਖੇਡ ਰਿਹਾ ਹੈ। 2 ਸੈਕਿੰਡ ਵਿੱਚ ਅਲੈਗਜ਼ੈਂਡਰ ਆਪਣੀ ਕਿਰਪਾਨ ਕੱਢ ਕੇ ਧੌਣ ਲਾ ਸਕਦਾ ਹੈ, ਪਰ ਡਰਦਾ ਨਹੀਂ ਹੈ। ਨਿਡਰਤਾ ਕਿੱਥੋਂ ਆ ਰਹੀ ਹੈ? ਨਿਡਰਤਾ ਦਾ ਫਾਊਂਡੇਸ਼ਨ ਕੀ ਹੈ? ਇਹਦਾ ਬੀਜ ਕਿੱਥੇ ਹੈ? ਨਿਰਭਉ ਕਿੱਥੋਂ ਬਣ ਗਿਆ? ਇਹੀ ਕੁਆਲਿਟੀ ਗੁਰੂ ਸਾਹਿਬ ਸਾਨੂੰ ਦੱਸ ਰਹੇ ਹਨ ਕਿ ਭੈ ਤੋਂ ਰਹਿਤ ਹੋਵੋਗੇ ਮਹਾਰਾਜ, ਤਾਂ ਜਾਣੋਗੇ ਉਸ ਅਵਸਥਾ ਨੂੰ। ਇਉਂ ਲੱਗਦਾ ਜਿਵੇਂ ਡਾਇਓਜਨੀਜ਼ ਉਸ ਅਵਸਥਾ ਨੂੰ ਜਾਣਦਾ ਹੈ। ਤਾਂ ਅਲੈਗਜ਼ੈਂਡਰ ਉੱਥੇ ਹਾਰ ਕੇ ਜਾਂਦਾ ਹੈ। ਜਾਣ ਵੇਲੇ ਅਲੈਗਜ਼ੈਂਡਰ ਇੱਕ ਗੱਲ ਕਹਿ ਜਾਂਦਾ ਹੈ ਕਿ ਅਗਰ ਮੈਂ ਅਲੈਗਜ਼ੈਂਡਰ ਨਾ ਹੁੰਦਾ ਤਾਂ ਡਾਇਓਜਨੀਜ਼ ਹੋਣਾ ਚਾਹੀਦਾ ਸੀ। ਹੁਣ ਇਸ ਗੱਲ ਨੂੰ ਤਾਂ ਨਹੀਂ ਉਹ ਮੰਨਦਾ ਕਿ ਮੈਂ ਗਲਤ ਹਾਂ, ਡਾਇਓਜਨੀਜ਼ ਠੀਕ ਹੈ, ਪਰ ਉਹ ਇਹ ਜ਼ਰੂਰ ਮੰਨਦਾ ਹੈ ਕਿ ਮੈਂ ਨਾ ਹੋਵਾਂ ਤਾਂ ਇਹੀ ਠੀਕ ਹੈ। ਇਹਦਾ ਮਤਲਬ ਉਸਨੇ ਐਕਨੋਲੇਜ ਕਰ ਲਿਆ ਕਿ ਡਾਇਓਜਨੀਜ਼ ਕੋਲ ਕੁਛ ਇਹੋ ਜਿਹੀ ਚੀਜ਼ ਹੈ ਜਿਹੜੀ ਮੁੱਲ ਰੱਖਦੀ ਹੈ, ਵੈਲਿਊ ਰੱਖਦੀ ਹੈ। ਪਰ ਈਗੋ ਸੈਕਿੰਡ ਨਹੀਂ ਹੋਣ ਦਿੰਦੀ ਸਾਨੂੰ, ਇਸ ਕਰਕੇ ਉਹ ਆਪਣੇ ਆਪ ਨੂੰ ਅੱਗੇ ਰੱਖਦਾ। ਜੇ ਮੈਂ ਅਲੈਗਜ਼ੈਂਡਰ ਨਾ ਹੁੰਦਾ ਤਾਂ ਮੈਂ ਡਾਇਓਜਨੀਜ਼ ਹੋਣਾ ਚਾਹੀਦਾ।
ਆਪਣੀ ਈਗੋ ਨੂੰ ਤਾਂ ਹਾਲੇ ਵੀ ਮਸਾਜ ਕਰਦਾ ਸੀ, ਕਿਉਂਕਿ ਈਗੋ ਇੱਕ ਇਹੋ ਜਿਹੀ ਚੀਜ਼ ਹੈ, ਹੰਕਾਰ ਇੱਕ ਇਹੋ ਜਿਹੀ ਚੀਜ਼ ਹੈ ਜਿਸ ਨੂੰ ਰੈਗੂਲਰ ਐਨਰਜੀ ਨਾ ਮਿਲੇ ਤਾਂ ਇਹ ਬਹੁਤ ਵੱਡਾ ਦੁੱਖ ਬਣ ਜਾਂਦੀ ਹੈ। ਇਸ ਤਰ੍ਹਾਂ ਜਿਵੇਂ ਕੋਈ ਕਾਰਡਬੋਰਡ ਦਾ ਮਹਿਲ ਖੜਾ ਕੀਤਾ ਹੋਏ ਔਰ ਬੜਾ ਉੱਚਾ ਹੁੰਦਾ ਜਾਏ, ਜਿਤਨਾ ਉੱਚਾ ਹੁੰਦਾ ਜਾਏਗਾ ਉਤਨੀ ਸਪੋਰਟ ਦੀ ਲੋੜ ਪਏਗੀ ਉਸਨੂੰ, ਕਿਉਂਕਿ ਉਹ ਤਾਂ ਕਦੇ ਵੀ ਗਿਰ ਸਕਦਾ ਹੈ। ਔਰ ਫਿਰ ਜੀਵਨ ਜਿਹੜਾ ਹੈ, ਮਨ ਦੀ ਅਵਸਥਾ ਕੀ ਹੋ ਜਾਏਗੀ ਕਿ ਇਹ ਕਦੇ ਵੀ ਢਹਿ ਸਕਦਾ ਹੈ। ਮਨ ਹੁਣ ਪਰੇਸ਼ਾਨ ਹੋਏਗਾ, ਡਰ ਵਿੱਚ ਰਹੇਗਾ, ਫਿਰ ਉਹਦੇ ਕਰਕੇ ਕਾਰਨ ਲੱਭੇਗਾ, ਦੂਸਰਿਆਂ ਨੂੰ ਬਲੇਮ ਕਰੇਗਾ, ਕਿਉਂਕਿ ਆਪਣੇ ਆਪ ਨੂੰ ਤਾਂ ਬਲੇਮ ਨਹੀਂ ਕਰਨਾ ਚਾਹੁੰਦਾ ਮਨ ਕਦੇ ਵੀ। ਈਗੋ ਅਲਾਉ ਹੀ ਨਹੀਂ ਕਰਦੀ ਸਾਨੂੰ, ਹੰਕਾਰ ਸਾਡਾ ਅਲਾਉ ਨਹੀਂ ਕਰਦਾ, ਤਾਂ ਵੈਰ ਔਰ ਭੈ ਇਹ ਡੋਮੀਨੇਟ ਕਰੇਗਾ ਜੀਵਨ ਨੂੰ। ਇਨਸਿਕਿਉਰਿਟੀ ਮੇਰੀ ਜੀਵਨ ਦੀ ਨੇਚਰ ਬਣ ਜਾਏਗਾ। ਮਨ ਦੀ ਅਵਸਥਾ ਜਿਹੜੀ ਹੈ ਉਹ ਨਰਕ ਬਣ ਜਾਏਗੀ। ਮਿਰਜ਼ਾ ਗਾਲਿਬ ਦਾ ਇੱਕ ਸ਼ੇਰ ਹੈ, ਉਹ ਕਹਿੰਦਾ ਹੈ ਕਿ फिरदौस में दोजक को रला ले जरा, सैर करने को कुछ जगह और ही सही। फिरदौस जन्नत, दोजक नरक, फिरदौस में दोजक को मिला ले। जन्नत तो मेरे को है पर ਇਹਦੇ 'ਚ ਨਰਕ ਮਿਲਾ ਲੈਂਦੇ ਹਾਂ ਤਾਂ ਥੋੜ੍ਹੀ ਸੈਰ ਕਰਨ ਨੂੰ ਜਗ੍ਹਾ ਹੀ ਮਿਲ ਜੇ। ਈਗੋ ਨੂੰ ਵਧਾਉਣਾ ਹੀ ਹੈ, ਕੁਛ ਵੀ ਐਡ ਕਰ ਦਿਓ। ਅਸੀਂ ਇਸੇ ਤਰ੍ਹਾਂ ਤਾਂ ਜੀਂਦੇ ਹਾਂ, ਐਡੀਸ਼ਨਸ ਕਰਦੇ ਜਾਂਦੇ ਹਾਂ ਜੀਵਨ ਵਿੱਚ, ਐਕਸਪੈਂਸ਼ਨਸ ਕਰਦੇ ਜਾਂਦੇ ਹਾਂ ਜੀਵਨ ਵਿੱਚ, ਇਹ ਸੋਚ ਕੇ ਕਿ ਅਗਲੀ ਐਕਸਪੈਂਸ਼ਨ ਵਿੱਚ ਸਾਨੂੰ ਕੁਛ ਮਿਲੇਗਾ ਜਿਹੜਾ ਬਦਲ ਦੇਗਾ ਸਾਰਾ ਨੇਚਰ ਆਫ ਲਾਈਫ। ਤਾਂ ਜਿਹੜਾ ਫਿਰਦੌਸ ਮੇਰੇ ਕੋਲ ਹੈ, ਜਿਹੜਾ ਜੰਨਤ ਮੇਰੀ ਮਨ ਦੀ ਅਸਲ ਅਵਸਥਾ ਹੈ, ਉਸ ਨੂੰ ਮੈਂ ਦੋਜਕ ਬਣਾ ਦਿੰਦਾ। ਈਗੋ ਤਾਂ ਇਹੀ ਕਰੇਗੀ ਮੇਰੇ ਨਾਲ, ਹੰਕਾਰ ਤਾਂ ਕਰੇਗਾ ਹੀ ਇਹੀ। ਤਾਂ ਗੁਰੂ ਸਾਹਿਬ ਸਾਨੂੰ ਦੱਸਦੇ ਹਨ ਕਿ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਏ, ਚੰਗਾ ਨਾਉ ਰਖਾਏ ਕੇ ਜਸ ਕੀਰਤ ਜਗਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ। ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ। ਕੀੜਿਆਂ ਤੋਂ ਵੀ ਬੱਤਰ ਕੀੜਾ ਹੈ ਔਰ ਦੋਸ਼ੀ ਹੈ। ਕਿਸ ਗੱਲ ਦਾ ਦੋਸ਼ੀ ਹੈ? ਹੀਰਾ ਪਾਇਓ, ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਜਨਮ ਤਾਂ ਹੀਰਿਆਂ ਵਾਲਾ ਸੀ ਪਰ ਕੌਡੀ ਬਦਲ ਗਿਆ। ਮਹਾਰਾਜ ਕਹਿੰਦੇ ਨੇ ਕਿ ਇਹ ਕੀੜੇ ਵੀ ਜਿਹੜੇ ਨੇ, ਇਹ ਕਿਹੜੇ ਕੀੜੇ ਨੇ? ਇਹ ਕੀੜਿਆਂ ਵਰਗਾ ਜੀਵਨ ਹੋ ਗਿਆ ਮੇਰਾ। ਵੈਸੇ ਮੈਂ ਸੋਚਦਾ ਵਾਂ ਕਿ ਮੈਂ ਬਹੁਤ ਕਮਾ ਲਈ ਹੈ, ਬਹੁਤ ਅੱਗੇ ਚਲਾ ਗਿਆ ਜੀਵਨ, ਬਹੁਤ ਕੁਝ, ਦੁਨੀਆ ਤਾਂ ਮੈਨੂੰ ਇਹੀ ਦੱਸਦੀ ਹੈ, ਪਰ ਮਨ ਦੀ ਅਵਸਥਾ ਇਸ ਤਰ੍ਹਾਂ ਦੀ ਹੈ ਜਿਵੇਂ ਕੋਈ ਕੀੜਾ ਹੋਏ। ਕੀਟਾ ਅੰਦਰ ਕੀਟ, ਕੀੜਿਆਂ ਦੇ ਵੀ ਅੰਦਰ ਕੀੜੇ, ਕਰ ਦੋਸੀ ਦੋਸਤ ਧਰੇ। ਔਰ ਦੋਸ਼ ਦਿੰਦਾ ਹੈ ਮਨ, ਆਪਣੇ ਆਪ ਨੂੰ ਦੋਸ਼ ਦਿੰਦਾ ਹੈ, ਮੈਂ ਆਪਣੇ ਆਪ ਨੂੰ ਦੋਸ਼ ਦਿੰਦਾ ਹਾਂ। ਮਨ ਤਾਂ ਪਰੇਸ਼ਾਨ ਹੈ ਹੀ। ਮਹਾਰਾਜ ਕਹਿੰਦੇ ਨਾਨਕ ਨਿਰਗੁਣ ਗੁਣ ਕਰੇ। ਉਹ ਰੱਬ ਜਿਹੜਾ ਹੈ ਉਹ ਨਿਰਗੁਣਾਂ ਨੂੰ ਗੁਣ ਦਿੰਦਾ ਹੈ, ਗੁਣਵੰਤਿਆਂ ਗੁਣ ਦੇ। ਔਰ ਜਿਨ੍ਹਾਂ ਕੋਲ ਗੁਣ ਹਨ ਉਹ ਵੀ ਉਹਦੇ ਕਾਰਨ ਹਨ। ਹੁਣ ਇਹ ਗੁਣ ਦੇ ਭਾਵ ਦੋ ਬਣ ਜਾਂਦੇ ਨੇ। ਇੱਕ ਤਾਂ ਰੱਬੀ ਗੁਣ, ਉਹ ਗੁਣ ਜਿਹਦੇ ਨਾਲ ਮੇਰਾ ਜੀਵਨ ਆਨੰਦ ਵੱਲ ਚੱਲਦਾ ਹੈ। ਇੱਕ ਉਹ ਗੁਣ ਜਿਹੜੇ ਦੋ ਦੁਐਤ ਵਿੱਚ ਜੀਂਦੇ ਹਨ। ਦੁਐਤ ਵਿੱਚ ਜੀਵਨ, ਚੰਗੇ ਔਰ ਮਾੜੇ। ਮੈਨੂੰ ਯਾਦ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦੀ ਕਥਾ ਹੈ ਕਿ ਕੋਈ ਇੱਕ ਬਹੁਤ ਨਿਪੁੰਨ ਆਦਮੀ ਉਹਨਾਂ ਕੋਲ ਆਇਆ। ਮੇਰੇ ਖਿਆਲ ਉਹ ਸੁਨਿਆਰ ਸੀ ਇਸ ਤਰ੍ਹਾਂ, ਮੈਨੂੰ ਪੂਰਾ ਤਾਂ ਭੁੱਲਦਾ ਹੈ ਹੁਣ। ਪਰ ਮਹਾਰਾਜ ਨੇ ਉਹਨੂੰ ਕਿਹਾ ਕਿ ਇਹ ਤਾਂ ਗੁਣ ਹਨ ਤੇਰੇ, ਤੇ ਅਵਗੁਣ ਕੀ ਨੇ? ਕਿਉਂਕਿ ਗੁਣੀ ਆਦਮੀ ਨਾਲ ਅਵਗੁਣ ਵੀ ਲੈ ਕੇ ਚੱਲੇਗਾ। ਤੇਰਾ ਅਵਗੁਣ ਕੀ ਹੈ ਦੱਸ? ਦੁਐਤ ਵਿੱਚ ਜਿਹੜਾ ਗੁਣ ਹੋਏਗਾ ਉਹਦੇ ਵਿੱਚ ਗੁਣ ਔਰ ਅਵਗੁਣ ਦੋਨੋਂ ਨਾਲ ਚੱਲਣਗੇ।
ਮਹਾਰਾਜ ਨੇ ਪੁੱਛਿਆ ਉਹਨਾਂ ਨੂੰ। ਸਾਹਿਬ ਕਹਿੰਦੇ ਨੇ ਤਿਹਾ ਕੋਈ ਨਾ ਸੁਝਈ, ਕੋਈ ਹੋਰ ਨਹੀਂ ਸੁਝਦਾ, ਕੋਈ ਹੋਰ ਮੈਨੂੰ ਨਹੀਂ ਦਿਖਦਾ ਜਿਹੜਾ ਗੁਣ ਕਿਸੇ ਨੂੰ ਤੈਨੂੰ ਗੁਣ ਦੇ ਸਕੇ। ਇਹ ਇੱਕ ਡਾਇਮੈਂਸ਼ਨ ਇਸ ਸ਼ਬਦ ਦੀ ਹੈ। ਪਰ ਅਸਲ ਵਿੱਚ ਗੁਰਮਤ ਵਿੱਚ ਇਹ ਜਿਹੜੀ ਯੁੱਗਾਂ ਦੀ ਐਕਸਪੀਰੀਅੰਸ ਹੈ, ਇਹਦੇ ਨਾਲ ਮਨ ਦਾ ਰਿਲੇਸ਼ਨ ਹੈ ਜ਼ਿਆਦਾ। ਜੇ ਅਸੀਂ ਕਵਾਂਗੇ ਕਿ ਇਤਨੇ ਸਾਲ ਪਹਿਲੇ ਪਾਸਟ ਵਿੱਚ ਸਤਯੁਗ ਸੀਗਾ, ਫਿਰ ਤ੍ਰੇਤਾ ਸੀ, ਫਿਰ ਦੁਆਪਰ ਸੀ, ਤਾਂ ਇਹ ਬਾਹਰਲੇ ਯੁੱਗ ਨੇ ਦੁਨੀਆ ਦੇ। ਪਰ ਉਹ ਸਤਯੁਗ ਨੂੰ ਕਿਵੇਂ ਡਿਫਾਈਨ ਕਰਦੇ ਆ? ਸਤਯੁਗ ਜਦੋਂ ਸਾਰੇ ਹੀ ਯੁੱਗ ਲੋਕ ਸੱਚੇ ਸਨ, ਕੋਈ ਵੀ ਝੂਠ ਔਰ ਫਰੇਬ ਨਹੀਂ ਸੀ। ਉਦੋਂ ਕਹਿੰਦੇ ਧਰਮ ਦੀ 4 ਲੱਤਾਂ ਸਨ। ਫਿਰ ਤ੍ਰੇਤੇ ਵਿੱਚ 3 ਹੋ ਗਈਆਂ, ਫਿਰ ਦੁਆਪਰ ਵਿੱਚ 2 ਹੋ ਗਈਆਂ, ਕਲਯੁਗ ਵਿੱਚ 1 ਰਹਿ ਗਈ। ਉਦੋਂ ਇਹ ਫੇਥ, ਮਾਈਥੋਲੋਜੀਕਲ ਫੇਥ ਹੈ ਕਿ ਧੌਲ ਧਰਮ ਦਇਆ ਕਾ ਪੂਤ। ਇਹ ਸ੍ਰਿਸ਼ਟੀ ਜਿਹੜੀ ਹੈ, ਬਲਦ ਇੱਕ ਧੌਲ ਬਲਦ ਖੜਾ ਉਹਦੇ ਥੱਲੇ। ਤਾਂ ਇਹ ਟਾਈਮ ਦੇ ਨਾਲ ਯੁੱਗਾਂ ਦੀ ਗੱਲ ਹੋ ਰਹੀ ਹੈ। ਇਹ ਜਿਹੜੀਆਂ ਡਾਇਮੈਂਸ਼ਨਸ ਨੇ, ਜਿਸ ਤਰ੍ਹਾਂ ਅਸੀਂ ਜਾਤ ਦੀ ਗੱਲ ਕਰਦੇ ਹਾਂ, ਬ੍ਰਾਹਮਣ, ਸ਼ੂਦਰ, ਵੈਸ਼, ਜਾਂ ਅਸੀਂ ਯੁੱਗਾਂ ਦੀ ਗੱਲ ਕਰਦੇ ਹਾਂ, ਗੁਰੂ ਸਾਹਿਬ ਔਰ ਗੁਰਮਤਿ ਸਾਨੂੰ ਸਮਝਾਉਂਦੀ ਹੈ ਕਿ ਇਹਦੇ ਨਾਲ ਟਾਈਮ ਦਾ ਰਿਲੇਸ਼ਨ ਨਹੀਂ, ਮਨ ਦੀ ਅਵਸਥਾ ਦਾ ਰਿਲੇਸ਼ਨ ਹੈ। ਇੱਕ ਘੜੀ ਨਾ ਮਿਲਤੇ ਕਲਯੁਗ ਹੋਤਾ। ਮਤਲਬ ਮੇਰਾ ਮਨ ਤਾਂ ਸਤਯੁਗ ਵਿੱਚ ਸਦਾ ਹੀ ਹੈ, ਬਸ ਜਦੋਂ ਟੁੱਟ ਜਾਂਦਾ ਹੈ ਤਾਂ ਕਲਯੁਗ ਹੁੰਦਾ ਹੈ। ਤਾਂ ਮਨ ਦੀ ਅਵਸਥਾ ਦਾ ਰਿਲੇਸ਼ਨ ਹੈ। ਇਹ ਜਿਹੜੀ ਚਾਰੋਂ ਅਵਸਥਾ ਨੇ, ਇਹਨਾਂ ਮਨ ਦਾ ਰਿਲੇਸ਼ਨ ਹੈ, ਇਹਨਾਂ ਨਾਲ ਸਮੇਂ ਦਾ ਕੋਈ ਰਿਲੇਸ਼ਨ ਨਹੀਂ ਹੈ। ਇਹ ਇੱਕ ਡਾਇਮੈਂਸ਼ਨ, ਜਿੱਦਾਂ ਅਸੀਂ ਐਲੀਗਰੀ ਦੀ ਗੱਲ ਕਰਦੇ ਹਾਂ, ਇੱਕ ਨਵੀਂ ਡਾਇਮੈਂਸ਼ਨ ਇਸ ਸ਼ਬਦ ਦੀ ਹੈ ਔਰ ਬੜੀ ਪਿਆਰੀ ਹੈ। ਕਿਉਂਕਿ ਅਸੀਂ ਜੀਵਨ ਨੂੰ ਬਾਦਫਾ ਬਾਹਰੋਂ ਪੱਖੀ ਤੋਂ ਦੇਖਦੇ ਹਾਂ, ਅੰਤਰਮੁਖੀ ਵਿੱਚ ਨਹੀਂ ਦੇਖਦੇ ਹਾਂ। ਅੰਤਰਮੁਖ ਵਿੱਚ ਜੀਵਨ ਕਿਸ ਤਰ੍ਹਾਂ ਦਾ ਹੈ? ਅੰਤਰਮੁਖ ਵਿੱਚ ਮਨ ਦੀ ਅਵਸਥਾ ਤੋਂ ਜੀਵਨ ਡਿਕਟੇਟ ਹੁੰਦਾ ਹੈ। ਤਾਂ ਇਸ ਭਾਵ ਵਿੱਚ, ਇਸ ਸ਼ਬਦ ਦੇ ਵਿੱਚ ਫਿਰ 4 ਵਰਡ ਦਾ ਅਰਥ ਬਿਊਟੀ ਬਣ ਜਾਂਦਾ ਹੈ। ਬਿਊਟੀਫੁਲ, ਮਨ ਦੀ ਬਿਊਟੀ ਦੀ ਅਵਸਥਾ, ਮਨ ਦੀ ਆਨੰਦ ਦੀ ਅਵਸਥਾ। ਸਤਯੁਗ ਸਭ ਸੰਤੋਖ ਸਰੀਰਾ, ਪਗ ਚਾਰੇ ਧਰਮ ਧਿਆਨ ਜੀਓ। ਸਤਯੁਗ ਜਿਹੜਾ ਹੈ, ਇਹਦੇ 'ਚ 4 ਪੈਰ ਨੇ, ਪਰ ਧਰਮ ਧਿਆਨ ਹੈ। ਇਹਨੂੰ ਸਤਯੁਗ ਦੀ ਡੈਫੀਨੇਸ਼ਨ ਹੈ। ਅਗਰ ਮਨ ਦੀ ਮੇਰੀ ਅਵਸਥਾ ਧਰਮ ਦੇ ਵੱਲ ਹੈ, ਮਤਲਬ ਧਰਮ ਦੀ 2 ਡੈਫੀਨੇਸ਼ਨਸ ਮੈਂ ਯੂਜ਼ ਕਰਦਾ ਜ਼ਿਆਦਾਤਰ, ਉਹਦਾ ਅਸਲ ਨੇਚਰ ਔਰ ਉਹਦੀ ਡਿਊਟੀ। ਅਗਰ ਧਰਮ ਮੇਰੇ ਮਨ ਦਾ ਕੀ ਧਰਮ ਹੈ, ਮੇਰਾ ਕੀ ਧਰਮ, ਮੇਰੇ ਜੀਵਨ ਦਾ ਕੀ ਧਰਮ ਹੈ, ਅਗਰ ਉਹਦੇ ਵੱਲ ਮੇਰਾ ਮੁੱਖ ਹੈ, ਔਰ ਮਨ ਦਾ ਅਸਲ ਨੇਚਰ ਕੀ ਹੈ, ਅਗਰ ਉਹਦੇ ਵੱਲ ਮੇਰਾ ਮੁੱਖ ਹੈ, ਤਾਂ ਮੈਂ ਸਤਯੁਗ ਵਿੱਚ ਹਾਂ। ਸਮੇਂ ਦਾ ਕੋਈ ਰਿਲੇਸ਼ਨ ਨਹੀਂ ਇਹਦੇ ਨਾਲ। सतयुग में सुन रहा है, सतयुग में सुन रहा है। सुन दी अवस्था भी जिहड़ी है वो सतयुग दिंदी है मैनू। अगर मैं मन दे इस भाव विच एक शब्द बनता है समाधि। समाधि का रूट वर्ड है समाधान, सल्यूशन। जदों मन विच मैं शब्द के रूप विच समाधि विच बैठदा हाँ, मन के शब्द के ध्यान विच बैठदा हाँ, तो सारे सल्यूशनस जीवन के मैनू मिल जाते हैं। बाहर के सल्यूशनस तो माफ़ करना कदे नहीं मिलणगे, वो तो आणगे और जाणगे। असीं 4 चीज़ां सॉल्व करांगे, 4 कल होर आ जाणगियां। क्योंकि संसार जिहड़ा है
ਉਹ ਸੰਸੇ ਵਿੱਚ ਹੀ ਰੱਖਦਾ ਸਾਨੂੰ ਡਾਊਟ ਔਰ ਪਰੇਸ਼ਾਨੀ ਵਿੱਚ ਘੁਮਾਉਂਦਾ ਹੀ ਰਹਿੰਦਾ ਹੈ। ਐਸੇ ਕਰਕੇ ਸੰਸਾਰ ਹੈ। ਤਾਂ ਸਾਹਿਬ ਤੁਹਾਨੂੰ ਬਾਰ-ਬਾਰ ਐਸੇ ਭਾਵ ਵਿੱਚ ਸਮਝਾਉਂਦੇ ਨੇ ਕਿ ਜੀਵਨ ਦਾ ਜਿਹੜਾ ਸੱਤ ਹੈ, ਜੀਵਨ ਦਾ ਜਿਹੜੀ ਅਵਸਥਾ ਹੈ, ਜੀਵਨ ਦੀ ਜਿਹੜੀ ਅਸਲ ਤੱਤ ਹੈ, ਉਹ ਸ਼ਬਦ ਤੋਂ ਪ੍ਰਗਟ ਹੋਏਗਾ। ਹੁਣ ਸ਼ਬਦ ਨਾਲ ਮੈਂ ਕਿਤਨੀ ਸਾਂਝ ਪਾਈ ਹੈ, ਕਿਤਨੀ ਨਹੀਂ ਪਾਈ ਹੈ, ਇਹ ਮੇਰੇ ਮਨ ਦੀ ਅਵਸਥਾ ਡਿਕਟੇਟ ਕਰਦਾ ਹੈ। ਮੈਨੂੰ ਗੁਰਪ੍ਰਸਾਦ ਮਹਾਰਾਜ ਦਾ ਬਖਸ਼ਿਆ ਹੋਏ ਸ਼ਬਦ ਪ੍ਰਗਟ ਹੋਏ ਤਾਂ ਮਹਾਰਾਜ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਕਲਯੁਗ ਹੋਤਾ। ਤਾਂ ਸਤਯੁਗ ਵਿੱਚ ਤਾਂ ਮੈਂ ਹਾਂ ਹੀ। ਜਦੋਂ ਇਹ ਥੋੜਾ ਜਿਹਾ ਵਿਘਨ ਆਏਗਾ ਕਦੇ ਜੀਵਨ ਵਿੱਚ ਤਾਂ ਕਲਯੁਗ ਆਏਗਾ। ਇਹ ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਏ। ਜੁਗ ਮੇਰਾ ਮਨ ਦੀ ਅਵਸਥਾ ਹੈ, ਮਨ ਦੀ ਜਗਤ ਹੈ। ਜਗਤ ਜਿਹੜਾ ਹੈ ਮਨ ਦੀ ਅਵਸਥਾ ਹੈ। ਜੇ ਜੁਗ ਜਿਹੜਾ ਮਨ ਅਗਰ ਮੇਰਾ ਤੀਰਥ ਵਿੱਚ ਪਹੁੰਚ ਗਿਆ ਤਾਂ ਉਹ ਆਨੰਦ ਦੇ ਰੂਪ ਵਿੱਚ ਸੱਤ ਦੇ ਵਿੱਚ ਪਹੁੰਚ ਗਿਆ। ਉਹ ਬਿਊਟੀਫੁਲ ਹੋ ਗਿਆ, ਹੋਰ ਦਸੂਣੀ ਹੋਈ, ਉਸ ਤੋਂ 10 ਗੁਣਾ ਜ਼ਿਆਦਾ ਅੱਗੇ ਵੱਧ ਗਿਆ। ਜਦ ਮਨ ਆਪਣੇ ਸੱਤ ਵਿੱਚ ਵਿਰਾਜਮਾਨ ਹੋ ਜਾਏਗਾ ਤਾਂ ਜਿਵੇਂ ਆਨੰਦ ਸਾਹਿਬ ਵਿੱਚ ਗੁਰੂ ਸਾਹਿਬ ਸਾਨੂੰ ਬਖਸ਼ਦੇ ਨੇ, ਸੈਲੀਬ੍ਰੇਸ਼ਨ ਜੀਵਨ ਦਾ ਤੱਤ ਬਣ ਜਾਏਗਾ। ਹੋ ਸਕਦਾ ਸਮਾਂ ਲੱਗੇ, ਪਰ ਇਹ ਮਨ ਦੀ ਡਾਇਰੈਕਸ਼ਨ ਹੈ। ਗੁਰਮੁਖ ਮਾਰਗ ਸਾਨੂੰ ਇਹ ਦੱਸਦਾ ਹੈ। ਜਦੋਂ ਇਹ ਮੇਰੇ ਮਨ ਦਾ ਭਾਵ ਹੋ ਜਾਏਗਾ ਤੇ ਤਤ ਗਿਆਨ ਵਿੱਚ ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚਲੇ ਸਭ ਕੋਈ। ਇਸ ਤਰ੍ਹਾਂ ਦਾ ਭਾਵ ਹੋਏਗਾ ਕਿ ਮਨ ਜਿਹੜਾ ਅਸਲ ਕਮਾਈ ਕਰਨ ਵਾਲੇ ਨੇ ਉਹ ਮੈਨੂੰ ਜਾਣਨਗੇ, ਫਿਰ ਮੇਰੀ ਮਨ ਦੀ ਅਵਸਥਾ ਨੂੰ ਜਾਣਨਗੇ, ਉੱਥੇ ਮੇਰਾ ਯਸ਼ ਹੋਏਗਾ। ਇਹ ਨਦਰ ਦੀ ਅਵਸਥਾ ਦੀ ਗੱਲ ਮਹਾਰਾਜ ਕਰਦੇ ਹਨ। ਪਰ ਅਗਰ ਮਨ ਮੇਰਾ ਨਦਰ ਤੋਂ ਮੁਖ ਮੋੜ ਲਏ, ਅਗਰ ਨਦਰ ਤੋਂ ਮੈਂ ਵਾਂਝਾ ਰਹਿ ਜਾਵਾਂ, ਮੈਂ ਉਸ ਨਦਰ ਨੂੰ ਐਕਸੈਪਟ ਨਾ ਕਰਾਂ ਮਨ ਦੇ ਵਿੱਚ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੋਈ। ਤਾਂ ਫਿਰ ਨਹੀਂ ਪੁੱਛਣਗੇ ਉਹ। ਫਿਰ ਉਸ ਅਧਿਆਤਮ ਦੇ ਮਾਰਗ ਵਿੱਚ, ਫਿਰ ਧਰਮ ਦੇ ਮਾਰਗ ਵਿੱਚ, ਫਿਰ ਸਪਿਰਿਟ ਦੇ ਮਾਰਗ ਵਿੱਚ, ਸੱਤ ਦੇ ਮਾਰਗ ਵਿੱਚ ਫਿਰ ਕੋਈ ਮੁੱਲ ਨਹੀਂ ਹੈ। ਫਿਰ ਉਹ ਜੀਵਨ ਜਿਹੜਾ ਹੈ ਇੱਥੇ ਜੀ ਕੇ ਭੋਗ ਕੇ ਚਲੇ ਗਏ। ਇਹਦਾ ਹੁਣ ਅੱਗੇ ਇਹਦੀ ਡਾਇਰੈਕਸ਼ਨ ਧਰਮ ਵੱਲ ਨਹੀਂ ਆਉਣ ਵਾਲੀ ਹੈ। ਇਹ ਮਨਮੁਖ ਦੇ ਜੀਵਨ ਵਿੱਚ ਹੀ ਚੱਲਦਾ ਰਹੇਗਾ। ਤਾਂ ਮਨ ਦੀ ਅਵਸਥਾ ਕੀ ਹੋ ਜਾਏਗੀ? ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਹੈ। ਆਪਣੇ ਆਪ ਨੂੰ ਦੋਸ਼ ਦੇਗਾ, ਪਰੇਸ਼ਾਨ ਰਹੇਗਾ। ਕੀਟ ਕਿਹੜੇ ਨੇ? ਇਹ ਪਰੇਸ਼ਾਨੀਆਂ ਨੇ ਜੀਵਨ ਦੀਆਂ। ਦੋਜਕ ਬਣ ਗਿਆ ਫਿਰ ਦੋਸਤ। ਇਹ ਅਵਸਥਾ ਕਿਸੇ ਨੂੰ ਮਿਲਦੀ ਵੀ ਹੈ? ਐਵੇਂ ਅਸੀਂ ਗੱਲਾਂ ਕਰ ਰਹੇ ਹਾਂ। ਹੋ ਸਕਦਾ ਮੈਨੂੰ ਡਾਊਟ ਹੋਏ ਤਾਂ ਹੀ ਮੈਂ ਇਹਨੂੰ ਕਮਾ ਨਹੀਂ ਪਾ ਰਿਹਾ, ਕਿਉਂਕਿ ਅਗਰ ਮੈਨੂੰ ਭਰੋਸਾ ਹੋਏ ਤਾਂ ਕੋਈ ਕਾਰਨ ਨਹੀਂ ਵੀ ਮੇਰਾ ਜੀਵਨ ਨਹੀਂ ਇਸ ਤਰ੍ਹਾਂ ਦਾ ਹੋ ਜਾਏਗਾ। ਇਹ ਪੋਸੀਬਿਲਿਟੀ ਹੈ ਕਿ ਮੈਂ ਅੱਜ ਬੈਠਾ ਔਰ ਗੁਰੂ ਨਾਨਕ ਸਾਹਿਬ ਦੇ ਸ਼ਬਦ ਦੇ ਆਨੰਦ ਵਿੱਚ ਲੀਨ ਹੋ ਕੇ ਆਨੰਦ ਹੋ ਜਾਵਾਂ। ਹੋ ਕਿਉਂ ਨਹੀਂ ਪਾ ਰਿਹਾ? ਇਹ ਮੈਨੂੰ ਆਪਣੇ ਆਪ ਨੂੰ ਪੁੱਛਣਾ ਹੈ। ਇਹ ਅਸੀਂ ਸਾਰਿਆਂ ਨੇ ਆਪਣੇ ਆਪ ਨੂੰ ਪੁੱਛਣਾ ਹੈ। ਮਨ ਦੀ ਅਵਸਥਾ ਇਹ ਹੋ ਗਈ ਕਿ ਮੈਂ ਦੋਸ਼ ਦੇ ਰਿਹਾ, ਆਪਣੇ ਆਪ ਨੂੰ ਪਰੇਸ਼ਾਨੀ ਵਿੱਚ ਰਹਿ ਰਿਹਾ ਹਾਂ। ਮਹਾਰਾਜ ਕਹਿੰਦੇ ਨੇ ਇਹ ਜਿਹੜੇ ਗੁਣ ਨੇ, ਇਹ ਜਿਹੜੇ ਦੇਵੀ ਗੁਣ, ਇੱਕ ਵਰਡ ਯੂਜ਼ ਕਰ ਲਵਾਂ ਮੈਂ, ਇਹ ਸਪਿਰਿਚੁਅਲ ਲਾਈਫ ਮੈਂ ਕਹਿ ਦਿਆਂ। ਨਾਨਕ ਨਿਰਗੁਣ ਨੂੰ ਗੁਣ ਦੇਗਾ ਉਹ। ਇਹ ਗੁਣ ਉਹ ਦੇਣ ਵਾਲਾ ਹੈ। ਕਿਸ ਤਰ੍ਹਾਂ ਦੇਗਾ ਉਹ? ਜਿਹਦੇ ਕੋਲ ਇਹ ਗੁਣ ਹੈਣ ਉਹ ਵੀ ਹੋਰ ਮਿਲਦੇ ਜਾਣਗੇ, ਉਹ ਰੀਇਨਫੋਰਸ ਹੁੰਦੇ ਜਾਣਗੇ। ਇਹ ਧਰਮ ਦਾ ਮਾਰਗ, ਨਾਮ ਦਾ ਮਾਰਗ ਅੱਗੇ ਵਧਾਉਂਦਾ ਜਾਏਗਾ ਮੈਨੂੰ ਨਾਮ ਵਿੱਚ। ਨਾਨਕ ਨਿਰਗੁਣ ਗੁਣ ਕਰੇ। ਜਿਹਦੇ ਕੋਲ ਨਹੀਂ ਹਨ ਉਹ ਗੁਣ, ਅਧਿਆਤਮ ਦੀ ਉਹ ਸੱਤ ਦਾ ਗਿਆਨ ਨਹੀਂ ਹੈ, ਉਹਨੂੰ ਉਹ ਦੇਗਾ।
ਨਿਰੰਕਾਰ ਦੇਗਾ। ਔਰ ਜਿਨ੍ਹਾਂ ਕੋਲ ਇਹ ਗੁਣ ਹਨ ਉਹਨਾਂ ਕੋਲ ਉਹਦੇ ਦਿੱਤੇ ਹਨ ਔਰ ਉਹਨੂੰ ਹੋਰ ਮਿਲਦੇ ਵੀ ਜਾਣਗੇ। ਮਹਾਰਾਜ ਫਿਰ ਉਹਦੇ ਵੱਲ ਮੂੰਹ ਕਰਦੇ ਨੇ, ਨਿਰੰਕਾਰ ਵੱਲ। ਫਿਰ ਗੁਰਪ੍ਰਸਾਦ ਦੀ ਗੱਲ ਕਰ ਲੈਂਦੇ ਨੇ। ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ, ਕਿ ਤੂੰ ਸਾਰੇ ਗੁਣਾਂ ਦਾ ਖਜ਼ਾਨਾ ਹੈ, ਤੇਰੇ ਤੋਂ ਇਲਾਵਾ ਕੋਈ ਨਹੀਂ ਸੁਝਦਾ ਮੈਨੂੰ। ਤਿਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਜੇ ਤੈਨੂੰ ਕੋਈ ਗੁਣ ਇਹ ਦੇ ਸਕੇ, ਇਹ ਤਾਂ ਤੇਰੇ ਕੀਤੇ ਗੁਣ ਸਾਰਿਆਂ ਕੋਲ ਆਉਂਦੇ ਹਨ। ਇਹ ਗੁਰਪ੍ਰਸਾਦ ਤੇਰੇ ਤੋਂ ਬਖਸ਼ਿਆ ਆ ਰਿਹਾ ਹੈ। ਗੁਰਮਤ ਮਾਰਗ ਮਨ ਨਾਲ ਰਿਲੇਸ਼ਨ ਰੱਖਦਾ ਹੈ। ਅਸਲ ਤਤ ਗਿਆਨ ਜੀਵਨ ਮਨ ਹੈ। ਮਨ ਔਰ ਨਾਮ ਦੀ ਇਹ ਖੇਡ ਵਿੱਚ ਇੱਕ ਆਨੰਦ ਵਰਖਾ ਜੀਵਨ ਵਿੱਚ ਹਾਜ਼ਰ ਹੈ, ਜਿਹੜੀ ਮੇਰੇ ਤੋਂ ਵਾਂਝੀ ਹੈ। ਗੁਰੂ ਸਾਹਿਬ ਸਾਨੂੰ ਇਹ ਕਹਿੰਦੇ ਨੇ ਬਾਰ-ਬਾਰ, ਪੁਕਾਰੀਏ। ਇਸ ਅਵਸਥਾ ਨੂੰ ਲੈ ਆਈਏ ਆਪਣੇ ਜੀਵਨ ਵਿੱਚ। ਕਿਵੇਂ ਲਿਆਵਾਂਗੇ? ਪਹਿਲਾਂ ਤਾਂ ਇਹ ਜਾਣ ਲਈਏ ਮੇਰੇ ਕੋਲ ਨਹੀਂ ਹੈ, ਫਿਰ ਮੈਂ ਇਹਨੂੰ ਪੁਕਾਰਾਂ ਕਿ ਮੈਨੂੰ ਮਿਲ ਜਾਏ। ਮੈਂ ਉਸ ਦਰਦ ਤੋਂ ਪੁਕਾਰਾਂ ਕਿ ਮੇਰੇ ਕੋਲ ਨਹੀਂ ਹੈ। ਜਦ ਉਸ ਦਰਦ ਤੋਂ ਪੁਕਾਰਾਂਗਾ ਤਾਂ ਮੇਰੀ ਆਵਾਜ਼ ਦੇ ਵਿੱਚ ਭਾਵਨਾ ਹੋਏਗੀ, ਫੀਲਿੰਗਸ ਹੋਣਗੀਆਂ, ਇਮੋਸ਼ਨਸ ਹੋਣਗੀਆਂ। ਉਹ ਡਰਾਈਵ ਕਰੇਗੀ ਮੇਰੀ ਲਾਈਫ ਨੂੰ। ਜਦ ਵੀ ਮੈਂ ਇੱਕ ਪੈਰ ਜੀਵਨ ਦਾ ਅੱਗੇ ਰੱਖਾਂ, ਇਹ ਵਿਚਾਰ ਕੇ ਰੱਖਾਂ ਕਿ ਇਹ ਹੁਣ ਮੇਰਾ ਜੀਵਨ ਸਮਾਂ ਹੈ, ਇਹ ਖਿਣ ਹੋਰ ਖਾਲੀ ਗਿਆ, ਇੱਕ ਦਿਨ ਹੋਰ ਨਿਕਲ ਗਿਆ। ਕਰਨ ਕੀ ਆਇਆ ਸੀ? ਰਾਮ ਸਿਮਰ, ਇਹੀ ਤੇਰੋ ਕਾਜ ਹੈ। ਔਰ ਇੱਕ ਇੱਕ ਖਿਣ ਮੌਤ ਨੇੜੇ ਆਉਂਦੀ ਜਾ ਰਹੀ ਹੈ। ਮੈਂ ਇਸ ਮਨ ਦੀ ਅਵਸਥਾ ਨੂੰ ਆਨੰਦ ਵਿੱਚ, ਬਿਊਟੀ ਵਿੱਚ ਕਿਵੇਂ ਬਦਲ ਸਕਦਾ ਹਾਂ? ਗਾਵੀਏ ਸੁਣੀਏ ਮਨ ਰੱਖੀਏ ਪਾਓ, ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਇਹ ਸਤਯੁਗ, ਤ੍ਰੇਤਾ, ਦੁਆਪਰ, ਇਹ ਸਾਰੇ ਮੇਰੀ ਮਨ ਦੀ ਅਵਸਥਾ ਹੀ ਨੇ। ਇਹ ਪ੍ਰੈਜ਼ੈਂਟ ਵਿੱਚ ਮੈਂ ਜੀ ਰਿਹਾ ਹਾਂ। ਅੱਜ ਮੇਰੇ ਕੋਲ ਕੀ ਅਵੇਲੇਬਲ ਹੈ, ਇਹ ਵਿਚਾਰਨਾ ਮੈਨੂੰ ਬਣਦਾ ਹੈ। ਪਰ ਇਸ ਘੜੀ ਮੈਂ ਸਤਯੁਗ ਵਿੱਚ ਹੋ ਸਕਦਾ ਹਾਂ। ਹਾਂ ਕਿ ਨਹੀਂ ਹਾਂ, ਇਹ ਮੈਨੂੰ ਹੀ ਅੰਦਰ ਪਤਾ ਹੈ, ਜਾਂ ਆਪ ਨੂੰ ਅੰਦਰ ਪਤਾ ਹੈ। ਗੁਰੂ ਸਾਹਿਬ ਸਾਨੂੰ ਪ੍ਰੇਰ ਰਹੇ ਨੇ ਮਨ ਦੀ ਉਹ ਕੁੰਜੀ ਖੋਲ੍ਹਣ ਵਾਸਤੇ, ਜਿਹਦੇ ਨਾਲ ਗੁਰਪ੍ਰਸਾਦ ਵਰਖਾ ਵਿੱਚ ਆਏ ਮੇਰੇ ਮਨ ਵਿੱਚ। ਕੰਡੀਸ਼ਨਲੈਸ ਆਨੰਦ ਮੈਨੂੰ ਮਿਲ ਜੇ, ਇੱਕ ਸ਼ਾਂਤੀ ਉਤਰ ਜਾਏ ਮਨ ਵਿੱਚ, ਇੱਕ ਸੰਤੋਖ ਉਤਰ ਜਾਏ, ਇੱਕ ਸਦਾ ਦਾ ਵਿਕਾਸ ਉਤਰ ਜਾਏ। ਸਦਾ ਦਾ ਵਿਕਾਸ ਕਿਵੇਂ ਉਤਰੇਗਾ? ਜਦੋਂ ਮੈਂ ਸਮੇਂ ਤੋਂ ਪਰੇ ਜੀਣਾ ਸ਼ੁਰੂ ਕਰ ਦਿਆਂਗਾ ਤਾਂ ਸਮੇਂ ਮੇਰੇ ਲਈ ਮੀਨਿੰਗ ਨਹੀਂ ਰੱਖੇਗਾ। ਜਦੋਂ ਮੈਂ ਜੁੱਗਾ ਤੋਂ ਉੱਪਰ ਉੱਠ ਕੇ ਮਨ ਦੀ ਅਵਸਥਾ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ ਤਾਂ ਇਹ ਯੁੱਗ ਕੋਈ ਮੀਨਿੰਗ ਨਹੀਂ ਰੱਖਣਗੇ। ਜਦੋਂ ਮੈਂ ਸਮੇਂ ਤੋਂ ਉੱਪਰ ਉੱਠ ਗਿਆ, ਸਮੇਂ ਤੋਂ ਪਰੇ ਚਲਾ ਗਿਆ, ਤਾਂ ਕਾਲ ਮੇਰੇ ਤੋਂ ਮੈਨੂੰ ਹੁਣ ਕੁਝ ਨਹੀਂ ਕਰ ਪਾਏਗਾ। ਤਾਂ ਅਗਰ ਇਸ ਭਾਵ ਵਿੱਚ ਆਪ ਵਿਚਾਰੋ, ਮੌਤ ਦੀ ਕੁੰਜੀ ਮੇਰੇ ਕੋਲ ਹੈ। ਮੈਂ ਸਮੇਂ ਦੇ ਅੰਦਰ ਜੀਵਾਂਗਾ ਤਾਂ ਮੌਤ ਮੇਰੀ ਰਿਐਲਿਟੀ ਹੈ। ਔਰ ਮੈਂ ਸਮੇਂ ਨੂੰ ਟ੍ਰਾਂਸੈਂਡ ਕਰਕੇ ਮਨ ਦੀ ਅਵਸਥਾ ਵਿੱਚ ਪਹੁੰਚ ਗਿਆ ਤਾਂ ਆਨੰਦ ਮੇਰੀ ਰਿਐਲਿਟੀ ਹੈ। ਨਾਨਕ ਭਗਤਾ ਸਦਾ ਵਿਗਾਸ, ਸੁਣੇ ਦੁੱਖ ਪਾਪ ਕਾ ਨਾਸ। ਨਾ ਜੀਵਨ ਵਿੱਚ ਦੁੱਖ ਰਹੇਗਾ, ਨਾ ਪਾਪ ਰਹਿਣਗੇ। ਗੁਰੂ ਸਾਹਿਬ ਦਾ ਇੱਕ ਪ੍ਰੇਮ ਵਰਤੇਗਾ ਜਿਹੜਾ ਸਦਾ ਲਈ ਸਾਨੂੰ ਸਮੇਂ ਤੋਂ ਪਰੇ ਲੈ ਜਾਏਗਾ। ਇੱਕ ਅੰਤਰ ਦੀ ਅਰਦਾਸ ਕਰੀਏ, ਉਸ ਆਨੰਦ ਨੂੰ ਪੁਕਾਰੀਏ। ਭਗੋ ਨਾਨਕ ਅਰਦਾਸ, ਭਗੋ
call in pain, call in love, call in need for that state of being, and it will come to you. फिर गुरु प्रसाद ਦਾ ਰਸਤਾ ਖੁੱਲੇਗਾ, ਗੁਰੂ ਮੇਰੇ ਜੀਵਨ ਵਿੱਚ ਉਤਰੇਗਾ। ਇਸ ਤਰ੍ਹਾਂ ਜੀਵਨ ਨੂੰ ਦੇਖ ਲਈਏ ਤਾਂ ਇਹ ਕੋਈ ਨਵਾਂ ਤਰੀਕਾ ਨਹੀਂ ਹੈ। ਗੁਰੂ ਕੋਈ ਹਿਸਟੋਰੀਕਲ ਇਵੈਂਟ ਨਹੀਂ ਹੈ। ਗੁਰੂ ਇੱਕ ਸਦਾ ਹਾਜ਼ਰ ਸ਼ਕਤੀ ਹੈ। ਸਿੱਖ ਦੀ ਅਰਾਧਨਾ ਦੇ ਵਿੱਚ ਗੁਰੂ ਹਾਜ਼ਰ ਹੈ। ਇਹ ਜਾਣ ਲਈਏ ਕਿ ਅਗਰ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਅੱਜ ਗਹਿਨ ਰੂਪ ਵਿੱਚ ਮਨ ਤੋਂ ਪੁਕਾਰਾਂਗਾ ਪ੍ਰੇਮ ਨਾਲ, ਤਾਂ ਗੁਰੂ ਮੇਰੇ ਜੀਵਨ ਵਿੱਚ ਹਾਜ਼ਰ ਹੋ ਜਾਣਗੇ। ਮੈਂ ਆਪ ਨਾਲ ਇੱਕ ਛੋਟੀ ਐਕਸਪੀਰੀਅੰਸ ਸ਼ੇਅਰ ਕਰਦਾ। ਗੁਰੂ ਕਾਲ ਤੋਂ ਪਰੇ ਹੈ, ਬਟ ਕਾਲ ਦੇ ਅੰਦਰ ਕਈ ਵਾਰ ਉਹਦੇ ਦਰਸ਼ਨ ਹੋ ਜਾਂਦੇ ਹਨ। ਯਾਨੀ ਫਿਜ਼ੀਕਲ ਵਿੱਚ ਕਈ ਵਾਰ ਗੁਰੂ ਦੇ ਕਿਰਪਾ ਦੇ ਲੱਛਣ ਨਜ਼ਰ ਆਉਂਦੇ ਹਨ। ਇਹ ਸਟੋਰੀ ਮੇਰੇ ਜੀਵਨ ਦੀ ਹੈ। ਮੈਨੂੰ ਇੱਕ ਸਿੱਖ ਮਿਲਿਆ, ਉਹਦੇ ਨਾਲ ਮੇਰੀ ਸਾਂਝ ਹੋਈ, ਕਾਫੀ ਸਮਾਂ ਨਾਲ ਚੱਲੇ। ਤਾਂ ਕੁਝ ਸਾਲ ਬਾਅਦ ਉਹਨੇ ਇੱਕ ਮੇਰੇ ਨਾਲ ਐਕਸਪੀਰੀਅੰਸ ਸ਼ੇਅਰ ਕੀਤਾ। ਆਪ ਨੂੰ ਸ਼ਾਇਦ ਇਹ ਦੇਖਣਾ ਜ਼ਰੂਰੀ ਹੈ ਕਿ ਗੁਰੂ ਦਾ ਜਿਹੜਾ ਪਹਿਲੂ ਹੈ ਉਹ ਹਮੇਸ਼ਾ ਹਾਜ਼ਰ ਹੈ ਜੀਵਨ ਵਿੱਚ। ਬਾਜ ਸਿੰਘ ਇੱਕ ਬਾਜ ਵੀ ਹੈ ਗੁਰੂ ਦਾ, ਜਿਸ ਤੇ ਕਿਰਪਾ ਕਰ ਦਿੰਦਾ ਗੁਰੂ। ਇੱਕ ਅਲੱਗ ਥੋੜੀ ਜਿਹੀ ਡਾਇਮੈਂਸ਼ਨ ਹੈ। ਉਹਨੇ ਮੈਨੂੰ ਦੱਸਿਆ ਕਿ ਜਦੋਂ 40 ਸਾਲ ਦੀ ਉਮਰ ਸੀ ਉਹਨਾਂ ਦੀ, ਤੇ ਰੀਨਲ ਫੇਲੀਅਰ, ਕਿਡਨੀ ਫੇਲੀਅਰ ਹੋ ਗਿਆ ਔਰ बहुत ज़्यादा ख़राब हो गई तबीयत। और डॉक्टरां ने जवाब दे दिता। सिक्खी जीवन सी, सब तरफों जवाब आ गया। हुण लोग भी, घर वाले भी उड़ीक रहे भी हुण शरीर कदों जाएगा। यह अवस्था हो जाती है फिर मन की, जो हालत है रियलिटी दुनिया की। तो वो कहता है कि मैं एक दिन इशनान करन लई उठिया, घर विच कोई नहीं सी। तो इशनान करते करते मैनू नहीं पता की होया, बेहोश होके मैं डिग पिया। कहता मैनू नहीं पता है रियल है कि मेरे ड्रीम विच होया, मेरे को शक्ति नहीं सी। बट 10वें गुरु नानक घोड़े समेत मेरे सामने प्रगट हो गए। आप नाल एक इवेंट शेयर करदा। कहते महाराज ने मैनू प्रेम दिता और नाल है कहा कि तेरी 40 साल उम्र दी सी सिखा, तेनू 40 साल मैं होर दिते। कहते ऐ कहते हुए महाराज लोप हो गए। कुछ समय विच घर वाले आए, उन्होंने मैनू उठाया। मैं किसी नू कोई कह नहीं सकिया, बट कुछ दिनों विच एक आयुर्वेद का कोई डॉक्टर मिलिया, कोई दवा मिली, कहते मैं हल हो गया। जदों इस इंसान ने मैनू यह कहानी दसी तो उसकी उम्र अपनी 60-65 साल की होनी है। मैं तो बस एक जिहड़ी गल फील करदा और आप नू शेयर करा कि यह हजूरी गुरु की जिहड़ी है मैं भी लभदा, तो वो इंसान अज भी जी रहा है। मैनू नहीं पता है किस कारण करके है, क्यों है, पर उन्हें मेरे नाल शेयर की किसी कारण करके उन्होंने लग्या। उन्हें यह भी मैंने दस्या कि जी मैं किसी नाल गल करदा नहीं हाँ, बड़ी पर्सनल जी गल है। फिर लोग फेथ भी नहीं करनगे। कई बार लोग हल्का कर देंगे तो होर दर्द होंदा। फिर मैं आपनों इस करके शेयर कर रहा कि शायद कुछ बुनियाद बन जाए मेरे मन की,
ਕੁਝ ਮੈਂ ਵੀ ਗੁਰੂ ਸਾਹਿਬ ਦੇ ਦਰਸ਼ਨ ਆਪ ਨਾਲ ਬੈਠ ਕੇ ਕਰ ਲਵਾਂ, ਕੁਝ ਆਪ ਵੀ ਕਰ ਲਵੋ, ਮਨ ਦੇ ਵਿੱਚ ਰੰਗ ਚੜ ਜੇ। ਫਿਰ ਇਹ ਕੀ ਪਤਾ ਰਹਿੰਦਾ ਹੈ ਕਿ ਕਿਸ ਦੀ ਕਮਾਈ ਕਿੰਨੀ ਹੈ। ਇਹ ਤੇ ਮੈਂ ਲੈਕਚਰ ਦੇ ਰਿਹਾ ਜਾਂ ਬੋਲ ਰਿਹਾ, ਆਪ ਸੁਣ ਰਹੇ ਹੋ, ਇਹਦਾ ਤੇ ਕੋਈ ਮੀਨਿੰਗ ਨਹੀਂ ਹੈ। ਨਾਮ ਦੀ ਦੁਨੀਆ ਵਿੱਚ ਇਹ ਦੁਨਿਆਵੀ ਨੌਲੇਜ ਰੱਖਣੀ ਕੋਈ ਮੀਨਿੰਗ ਨਹੀਂ ਰੱਖਦਾ। ਸੋ ਮੈਂ ਆਪ ਨਾਲ ਇਹ ਸ਼ੇਅਰ ਇਸ ਕਰਕੇ ਕਰ ਰਿਹਾ ਹਾਂ ਕਿ ਅਸੀਂ ਅਰਦਾਸ ਰੱਖੀਏ ਉਹਦੇ ਅੱਗੇ, ਸਮਾਂ ਦਈਏ, ਉਡੀਕ ਰੱਖੀਏ, ਸ਼ਬਦ ਔਰ ਸੁਰਤ ਦੇ ਇਸ ਗੁਰੂ ਨਾਨਕ ਦੇ ਬਖਸ਼ੇ ਮਾਰਗ ਵਿੱਚ ਹਾਲਤ ਔਰ ਪਲਤ ਨੂੰ ਸੰਭਾਲਣ ਦੀ ਵਿਧੀ ਰੱਖੀਏ। ਕੁਝ ਇਹੋ ਜਿਹਾ ਸਾਡੇ ਮਿਲ ਬੈਠਣ ਦਾ ਅਕਸ ਮੇਰੇ ਜੀਵਨ ਵਿੱਚ ਪੈ ਜੇ, ਸਾਡੇ ਜੀਵਨ ਵਿੱਚ ਪੈ ਜੇ, ਜਿਹਦੇ ਨਾਲ ਜੀਵਨ ਬਦਲ ਜੇ। ਗੁਰਮੁਖ ਮਾਰਗ ਨੂੰ ਜਾਣਨ ਦੀ ਇੱਕ ਜਿਗਿਆਸਾ ਜਗ ਜੇ। ਮੇਰੇ ਮਨ ਦੀ ਅਵਸਥਾ ਆਨੰਦ ਰੂਪ ਵਿੱਚ ਆ ਸਕੇ। ਜੇ ਜੁਗ ਚਾਰੇ ਆਰਜਾ, ਉਮਰ ਹੋ ਜੇ, ਮਨ ਦੀ ਉਮਰ ਆਨੰਦ ਹੋ ਜੇ, ਸਮੇਂ ਤੋਂ ਪਰੇ ਹੋ ਜਾਏ। ਇਹ ਪਰਫੈਕਸ਼ਨ ਹੈ ਜੀਵਨ ਦਾ, ਜਿਹੜਾ ਅਸੀਂ ਫਿਜ਼ੀਕਲ ਵਿੱਚ ਲੱਭਦੇ ਹਾਂ, ਪਰ ਉਹ ਸਪਿਰਿਚੁਅਲ ਵਿੱਚ ਹਾਜ਼ਰ ਹੈ। ਗੁਰੂ ਸਾਹਿਬ ਨੇ ਸਾਨੂੰ ਕਿਰਪਾ ਕੀਤੀ ਹੈ। ਮਹਾਰਾਜ ਗੁਰੂ ਨਾਨਕ ਸਾਹਿਬ ਪਾਤਸ਼ਾਹ ਸਾਨੂੰ ਮਾਰਗ ਦੱਸ ਰਹੇ ਹਨ, ਸਾਨੂੰ ਪ੍ਰੇਰ ਰਹੇ ਹਨ, ਪੁਕਾਰ ਰਹੇ ਹਨ। ਉਹਨਾਂ ਦਾ ਲੜ ਫੜ ਕੇ ਕਿਧਰੇ ਟੁਰ ਸਕੀਏ, ਅਧਿਆਤਮ ਨੂੰ ਜਾਣ ਸਕੀਏ। ਇਹ ਅੰਤਰ ਦੀ ਅਰਦਾਸ ਇਹਨਾਂ ਸ਼ਬਦਾਂ ਨਾਲ ਅੱਜ ਦੀ ਵਿਚਾਰ ਹਾਜ਼ਰ ਕਰਦੇ ਆਪ ਅੱਗੇ। ਭੁੱਲਾਂ ਚੁੱਕਾਂ ਦੀ ਮਾਫੀ ਦੇਣਾ ਮਹਾਰਾਜ। ਗੁਰੂ ਸਾਹਿਬ ਕਿਰਪਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।